स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸੀਏਏ ਦਾ ਵਿਵਾਦ ਥੰਮਣ ਦਾ ਨਾਂ ਨਹੀਂ ਲੈ ਰਿਹਾ। ਹਾਲਾਂਕਿ ਸਰਕਾਰ ਇਹ ਸਾਫ਼ ਕਰ ਚੁੱਕੀ, ਕੇਂਦਰ ਸਰਕਾਰ ਇਹ ਸਾਫ਼ ਕਰ ਚੁੱਕੀ ਹੈ ਕਿ ਪੂਰੇ ਮੁਲਕ ਦੇ ਵਿੱਚ ਇਹ ਜਿਹੜਾ ਕਾਨੂੰਨ ਹੈ ਲਾਗੂ ਹੋਵੇਗਾ, ਐਕਟ ਲਾਗੂ ਹੋਵੇਗਾ। ਕੁਝ ਕੁ ਸਰਕਾਰਾਂ, ਸੂਬਾ ਸਰਕਾਰਾਂ ਨੇ ਕਹਿ ਦਿੱਤਾ ਕਿ ਅਸੀਂ ਆਪਣੇ ਸੂਬਿਆਂ ਦੇ ਵਿੱਚ ਇਹ ਐਕਟ ਲਾਗੂ ਨਹੀਂ ਹੋਣ ਦੇਵਾਂਗੇ। ਕਾਨੂੰਨ ਕੀ ਕਹਿੰਦਾ ਹੈ ਔਰ ਤਕਨੀਕੀ ਮਾਹਰ ਕੀ ਕਹਿੰਦੇ ਨੇ, ਇਸ ਤੇ ਵੀ ਚਰਚਾ ਕਰਾਂਗੇ ਕਿ ਦੇਸ਼ ਦੀ ਸਰਕਾਰ ਜੇ ਕੋਈ ਕਾਨੂੰਨ ਬਣਾਉਂਦੀ ਹੈ ਕੀ ਸੂਬਾ ਸਰਕਾਰਾਂ ਨੂੰ ਇਹ ਅਧਿਕਾਰ ਹੈਗਾ ਕਿ ਉਹ ਉਸ ਕਾਨੂੰਨ ਨੂੰ ਮੰਨਣ ਜਾਂ ਨਾ ਮੰਨਣ, ਇਸ ਤੇ ਵੀ ਚਰਚਾ ਕਰਾਂਗੇ। ਔਰ ਜੇ ਗੱਲ ਪੰਜਾਬ ਦੇ ਸੰਦਰਭ 'ਚ ਕੀਤੀ ਜਾਵੇ ਤਾਂ ਹੁਣ ਜਿਹੜਾ ਪਾਲਾ ਗੇਂਦ ਜਿਹੜੀ ਹੈ ਉਹ ਸੁੱਟੀ ਗਈ ਹੈ ਸੈਸ਼ਨ ਦੇ ਪਾਲੇ ਦੇ ਵਿੱਚ ਕਿ ਸੈਸ਼ਨ ਦੇ ਵਿੱਚ ਇਹ ਤੈਅ ਕਰਾਂਗੇ ਕਿ ਇਸ ਐਕਟ ਦਾ ਕਰਨਾ ਕੀ ਹੈ। ਕੈਪਟਨ ਅਮਰਿੰਦਰ ਸਿੰਘ ਇਹ ਸਾਫ਼ ਕਰ ਚੁੱਕੇ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਇਸ ਐਕਟ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ। ਬਾਕੀ ਚਰਚਾ ਜਿਹੜੀ ਹੈ ਉਹ ਵਿਧਾਨ ਸਭਾ ਦਾ ਸੈਸ਼ਨ ਆਉਣ ਵਾਲਾ ਉਸ ਦੇ ਵਿੱਚ ਕਰਾਂਗੇ। ਪਰ ਗੱਲ ਇਹ ਵੀ ਹੈ ਕਿ ਕੀ ਇਸ ਐਕਟ ਦੀ ਹੀ ਭੇਂਟ ਚੜ ਜਾਏਗਾ ਛੋਟਾ ਜਿਹੜਾ ਸੈਸ਼ਨ ਬੁਲਾਇਆ, ਜਾਂ ਪੰਜਾਬ ਦੇ ਹੋਰ ਬੜੇ ਅਹਿਮ ਸਾਰੇ ਮੁੱਦੇ ਨੇ ਕਿ ਉਹ ਵੀ ਵਿਚਾਰੇ ਜਾਣਗੇ ਜਾਂ ਸਿਰਫ ਇਸ ਐਕਟ ਦੇ ਰੋਲੇ ਰੱਪੇ ਦੇ ਵਿੱਚ ਹੀ ਉਹ ਸਭ ਕੁਝ ਨਿਕਲ ਜਾਵੇਗਾ। ਔਰ ਕੀ ਅਧਿਕਾਰ ਖੇਤਰ ਹੈਗਾ ਸੂਬਾ ਸਰਕਾਰਾਂ ਦਾ ਕਿਸੇ ਐਕਟ ਨੂੰ ਲਾਗੂ ਕਰਨਾ ਜਾਂ ਨਾ ਕਰਨਾ, ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਿੰਦੇ, ਫਿਰ ਅੱਗੇ ਵਧਦੇ ਹਾਂ। ਸੁਰਜੀਤ ਸਿੰਘ ਸਵੈਤ ਸਾਹਿਬ ਸਾਡੇ ਨਾਲ ਮੌਜੂਦ ਨੇ, ਬੁਲਾਰੇ ਪੰਜਾਬ ਕਾਂਗਰਸ ਦੇ। ਅਨਿਲ ਸਰੀਨ ਸਾਹਿਬ ਮੌਜੂਦ ਨੇ, ਉਪ ਪ੍ਰਧਾਨ ਨੇ ਬੀਜੇਪੀ ਪੰਜਾਬ ਦੇ। ਅਮਰਦੀਪ ਸਿੰਘ ਧਾਰਨੀ ਸਾਹਿਬ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ। ਇਕਬਾਲ ਸਿੰਘ ਜੀ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ। ਪਿਆਰਲਾਲ ਗਰਗ ਸਾਹਿਬ ਸਿਆਸੀ ਮਾਹਰ ਨੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਸਵੈਤ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਕਰਦੇ ਹਾਂ। ਅਸੀਂ ਜਦੋਂ ਗੱਲ ਕਰਦੇ ਹਾਂ ਕਿ ਮੁਲਕ ਦੇ ਇੱਕ ਅਧਿਕਾਰ ਦੀ, ਮੁਲਕ ਨੂੰ ਇਕੱਠਾ ਰੱਖਣ ਦੀ, ਅਸੀਂ ਕਹਿੰਦੇ ਹਾਂ ਕਿ ਮੁਲਕ ਦਾ ਜਿਹੜਾ ਇੱਕ ਕਾਨੂੰਨ ਹੈ ਉਹ ਸਾਰਿਆਂ ਨੂੰ ਹੀ ਮੰਨਣਾ ਚਾਹੀਦਾ ਹੈ, ਸਾਰੇ ਉਸ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਦੇ ਨੇ। ਪੰਜਾਬ ਸਰਕਾਰ ਇੱਕਮਤ ਨਹੀਂ ਹੋ ਪਾ ਰਹੀ ਹੈ ਕਿ ਇਸ ਐਕਟ ਨੂੰ ਲਾਗੂ ਕਰਨਾ ਹੈ ਕਿ ਨਹੀਂ ਕਰਨਾ। ਵਿਧਾਨ ਸਭਾ ਤੇ ਗੱਲ ਛੱਡੀ ਜਾ ਰਹੀ ਹੈ। ਇਸ ਸਾਰੇ ਮੁੱਦੇ ਦਾ ਕੀ ਤੁਹਾਨੂੰ ਲੱਗਦਾ ਕਿ ਸਿਰਫ ਸਿਆਸੀਕਰਨ ਹੋ ਰਿਹਾ ਜਾਂ ਵਾਜਬ ਗੱਲਾਂ ਨੇ ਜਿਸ ਤੇ ਤੁਸੀਂ ਉਂਗਲ ਉਠਾ ਰਹੇ ਹੋ? ਤੁਸੀਂ ਮੈਨੂੰ ਜਰਾ ਥੋੜਾ ਜਿਹਾ ਖੁੱਲਾ ਟਾਈਮ ਦੇ ਦਿਓ। ਦੇਤਾ ਜੀ। ਦੇਖੋ, ਸੰਵਿਧਾਨ ਜਿਹੜਾ ਸਾਡਾ ਬਣਿਆ ਜੀ, ਜਿਹੜਾ ਉਹਦਾ ਖਾਸ ਕਰ ਪ੍ਰੀਐਮਬਲ ਹੈਗਾ ਜੀ, ਉਹਦਾ ਇੱਕ ਇੱਕ ਲਫ਼ਜ਼ ਦੇ ਪਿੱਛੇ ਹਜ਼ਾਰਾਂ ਲੱਖਾਂ ਉਹ ਕੁਰਬਾਨੀ, ਜਿਹੜੇ ਆਜ਼ਾਦੀ ਦੇ ਪਰਵਾਨਿਆਂ ਦੀਆਂ ਸ਼ਹਾਦਤਾਂ ਤੇ ਖੂਨ ਸਿੰਚਿਆ ਹੋਇਆ ਜੀ। ਕੱਲਾ ਕੱਲਾ ਲਫ਼ਜ਼ ਦੇ ਪਿੱਛੇ ਐਵੇਂ ਨਹੀਂ ਬਣ ਗਿਆ ਸੰਵਿਧਾਨ ਜੀ। ਤੇ ਉਹ ਸੰਵਿਧਾਨ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਹੈ ਕਿ ਪੂਰੇ ਹਿੰਦੁਸਤਾਨ ਨੂੰ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਲੋਕ, ਅਲੱਗ-ਅਲੱਗ ਧਰਮਾਂ ਦੇ ਲੋਕ, ਅਲੱਗ-ਅਲੱਗ ਜਾਤੀਆਂ ਦੇ ਲੋਕ ਰਹਿੰਦੇ ਨੇ, ਕਿ ਇੱਕ ਤਾਣਾ ਬਾਣਾ ਕਹਿੰਦੇ ਨੇ ਸੈਕੂਲਰਿਜ਼ਮ ਦਾ ਜੀ। ਉਹ ਤਾਣਾ ਬਾਣਾ ਉਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਬੇਸਿਕ ਸਟਰਕਚਰ ਆਫ ਦੀ ਕਨਸਟੀਟਿਊਸ਼ਨ, ਜਿਹੜਾ ਬੁਨਿਆਦੀ ਜਿਹੜਾ ਹੈਗਾ, ਬੁਨਿਆਦ ਹੈਗੀ ਹੈ ਜੀ ਸਾਰਾ। ਉਹ ਪੂਰੇ ਹਿੰਦੁਸਤਾਨ ਦੇ ਲੋਕਾਂ ਨੇ ਜਿਹੜੀ ਸੰਵਿਧਾਨ ਘਾੜਿਆਂ ਦੀ ਜਿਹੜੀ ਕਨਸਟੀਟਿਊਟ ਅਸੈਂਬਲੀ ਸੀ ਉਹਦੇ ਰਾਹੀਂ, ਜਿਹਦੇ ਪ੍ਰਧਾਨ ਡਾਕਟਰ ਅੰਬੇਦਕਰ ਜੀ ਸੀਗੇ, ਉਹਨਾਂ ਨੇ ਬਣਾਇਆ ਤਾਂ ਕਿ ਹਿੰਦੁਸਤਾਨ ਇੱਕ ਜਿਹੜਾ ਹੈਗਾ ਇੱਦਾਂ ਦਾ ਵਧੀਆ, ਜਿੱਥੇ ਹਰ ਇੱਕ ਇਨਸਾਨ ਨੂੰ, ਹਰ ਇੱਕ ਧਰਮ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਰਹਿਣ ਦਾ ਤੇ ਪੂਰਾ ਜੀਣ ਦਾ ਅਧਿਕਾਰ ਮਿਲੇ। ਸੋ ਜਦੋਂ ਹੁਣ ਹੋ ਕੀ ਰਿਹਾ ਹੈ, ਉਸ ਵੇਲੇ ਵੀ ਆਰਐਸਐਸ ਇਸ ਗੱਲ ਦੇ ਖਿਲਾਫ ਸੀ। ਉਸ ਵੇਲੇ ਵੀ ਆਰਐਸ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਸੀ। ਉਹਨਾਂ ਵਿਰੋਧ ਕੌਣ ਕਰ ਰਹੇ ਨੇ? ਉਹ ਲੋਕ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਖੂਨ ਦਾ ਕੀ ਬਹਾਉਣਾ, ਉਹਦਾ ਹਾਂ ਦਾ ਨਾਰਾ ਵੀ ਨਹੀਂ ਮਾਰਿਆ, ਸਗੋਂ ਅੰਗਰੇਜ਼ਾਂ ਦੀ ਮਦਦ ਕੀਤੀ। ਉਹ ਲੋਕ ਉਹਨਾਂ ਬੁਨਿਆਦੀ ਜਿਹੜੇ ਸੰਵਿਧਾਨ ਦੇ ਜਿਹੜੀ ਸਾਡੇ ਤਾਣਾ ਬਾਣਾ ਹੈਗਾ, ਜਿਹੜੇ ਉਹ ਲਫ਼ਜ਼ ਨੇ ਸੈਕੂਲਰਿਜ਼ਮ ਦਾ ਤੇ ਹੋਰ, ਉਹਨਾਂ ਨੂੰ ਬਦਲਣਾ ਚਾਹੁੰਦੇ ਨੇ। ਅਸੀਂ ਕਦੇ ਵੀ ਇਹ ਹੋਣ ਨਹੀਂ ਦਿਆਂਗੇ। ਜੇ ਅਸੀਂ ਆਜ਼ਾਦੀ ਵਾਸਤੇ ਲੜ ਸਕਦੇ ਹਾਂ, ਜਾਨਾਂ ਦੇ ਸਕਦੇ ਹਾਂ, ਖਾਸ ਕਰ ਪੰਜਾਬ ਦੇ ਲੋਕ ਜੀ ਜਿਨ੍ਹਾਂ ਨੇ 95% ਤੋਂ ਜਿਹੜੇ ਸ਼ਹਾਦਤਾਂ ਦਿੱਤੀਆਂ ਨੇ, ਜੇ ਉਹ ਦੇਸ਼ ਦਾ ਸੰਵਿਧਾਨ ਬਣਾਉਣ ਵਾਸਤੇ, ਆਜ਼ਾਦੀ ਵਾਸਤੇ ਜਾਨਾਂ ਕੁਰਬਾਨ ਕਰ ਸਕਦੇ ਨੇ, ਅੱਜ ਇਸ ਸੰਵਿਧਾਨ ਨੂੰ ਬਚਾਉਣ ਵਾਸਤੇ ਅਸੀਂ ਅੱਜ ਵੀ ਆਪਣੇ ਜਾਨਾਂ ਤੁਸੀਂ ਮੁੱਦਾ ਸੈਸ਼ਨ ਤੇ ਕਿਉਂ ਛੱਡ ਰਹੇ ਹੋ ਫਿਰ? ਨਹੀਂ ਜੀ, ਦੇਖੋ ਅਸੀਂ ਹਰ ਲੈਵਲ ਤੇ, ਮੈਨੂੰ ਗੱਲ ਪੂਰੀ ਗੱਲ ਦਿਓ, ਮੈਂ ਕਹਿ ਰਿਹਾ ਨਾ, ਤੁਸੀਂ ਕੀ ਪਰਖਣਾ ਚਾਹੁੰਦੇ ਹੋ ਬਾਕੀ ਪਾਰਟੀਆਂ ਨੂੰ ਵੀ ਸੈਸ਼ਨ ਦਾ ਹਵਾਲਾ ਦੇ ਕੇ? ਬਿਲਕੁਲ ਮੈਂ ਤਾਂ ਅੱਜ ਇਹ ਵੀ ਕਹਿਣਾ, ਸ਼੍ਰੋਮਣੀ ਅਕਾਲੀ ਦਲ ਜਿਹਨੇ ਗੁਰਦੁਆਰਾ ਦੀਆਂ ਚਾਬੀਆਂ ਤੋਂ ਲੈ ਕੇ ਜੈਤੋ ਦਾ ਮੋਰਚਾ ਲਾਇਆ, ਉਸ ਤੋਂ ਬਾਅਦ ਆਜ਼ਾਦ ਜਿਹੜਾ ਦੋ ਐਮਰਜੈਂਸੀ ਲੱਗੀ, ਉਦੋਂ ਦੇਸ਼ ਦੇ ਸਭ ਤੋਂ ਮੋਹਰੇ ਆ ਕੇ ਕੁਰਬਾਨੀਆਂ ਦਿੱਤੀਆਂ, ਜਥੇ ਗਏ, ਲੜੇ, ਉਸ ਅਕਾਲੀ ਦਲ ਨੂੰ ਅੱਜ ਕੀ ਸੱਪ ਸੁੰਘ ਗਿਆ? ਉਹਦੀ ਲੀਡਰਸ਼ਿਪ ਨੂੰ ਅੱਜ ਕੀ ਹੋ ਗਿਆ ਕਿ ਜਦੋਂ ਦੇਸ਼ ਨੂੰ ਲੋੜ ਹੈ, ਤੁਹਾਡੀ ਦੁਬਾਰਾ ਫੇਰ ਲੋੜ ਹੈ ਪੰਜਾਬ ਦੇ ਲੋਕਾਂ ਦੀ, ਖਾਸ ਕਰ ਅਕਾਲੀ ਦਲ ਦੀ, ਕਿਉਂ ਨਹੀਂ ਬੋਲ ਰਿਹਾ?
ਮੈਨੂੰ ਤਾਂ ਇਸ ਗੱਲ ਦਾ ਜਵਾਬ ਵੀ ਆਪਾਂ ਬਹੁਤ ਰੰਜਿਸ਼ ਹੈ ਇਸ ਗੱਲ ਦੀ ਕਿ ਉਹ ਅਕਾਲੀ ਦਲ ਬਾਬਾ ਖੜਕ ਸਿੰਘ ਵਾਲਾ ਗੱਲ ਕਿੱਥੇ ਚਲਾ ਗਿਆ, ਠੀਕ ਹੈ ਕਿੱਥੇ ਗਿਆ ਉਹ। ਨਾਲੇ ਚਲੋ ਹਾਂ ਹੁਣ ਮੈਂ ਕਾਨੂੰਨੀ ਗੱਲ ਕਰਦਾ, ਤੁਸੀਂ ਐਮਰਜੈਂਸੀ ਦੀ ਗੱਲ ਵੀ ਕਰ ਦਿੱਤੀ ਜਿਹੜੀ ਤੁਹਾਡੀ ਪਾਰਟੀ ਨੇ ਲਾਈ ਸੀ, ਤੁਸੀਂ ਉਹਦੇ ਵਿੱਚ ਵੀ ਕਹਿਤਾ ਕਿ ਅਕਾਲੀ ਦਲ ਨੇ ਵਧੀਆ ਰੋਲ ਨਿਭਾਇਆ। ਮੈਂ ਨਹੀਂ, ਇਹਦੇ ਸਾਨੂੰ ਕੋਈ ਕੀਤਾ ਤਾਂ ਕੀਤਾ ਜੀ, ਇਹਦਾ ਇਤਿਹਾਸ ਹੈ ਜੀ। ਜਵਾਬ ਲੈ ਲਵਾਂ ਸਰ? ਲੈ ਲਓ ਜੀ, ਲੈ ਲਓ, ਤੁਹਾਨੂੰ ਦੇਤਾ ਪੂਰਾ ਟਾਈਮ, ਲੈ ਲਓ। ਸੋਇ ਸਾਹਿਬ ਤੋਂ ਪਹਿਲਾਂ ਮੈਂ ਜਾਣਾ ਚਾਹੁੰਦਾ ਸੀ ਸਰੀਨ ਸਾਹਿਬ ਕੋਲ, ਚਲੋ ਮੈਂ ਸਰੀਨ ਸਾਹਿਬ ਤੋਂ ਹੁਣ ਰਿਪਲਾਈ ਲੈਣਾ। ਸਰੀਨ ਸਾਹਿਬ, ਜਿਹੜੀ ਗੱਲ ਸੋਇ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਸਟਰਕਚਰ ਹੈ, ਜਿਹੜਾ ਢਾਂਚਾ ਹੈ, ਜਿਹੜਾ ਮੁੱਢਲਾ ਸਰੂਪ ਹੈ ਸੰਵਿਧਾਨ ਦਾ, ਉਹ ਇਹ ਹੈ ਕਿ ਸਾਰੇ ਮੁਲਕ ਦੇ ਵਿੱਚ ਇੱਕ ਤਰ੍ਹਾਂ ਦਾ ਕਾਨੂੰਨ ਇੱਕ ਨਜ਼ਰ ਨਾਲ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ, ਔਰ ਇਹ ਜਿਹੜਾ ਕਾਨੂੰਨ ਹੈ ਇਹ ਵੰਡਦਾ ਹੈ ਲੋਕਾਂ ਨੂੰ, ਵਰਗਾਂ ਨੂੰ, ਜਾਤ ਪਾਤ ਦੇ ਜ਼ਰੀਏ। ਇਸ ਕਰਕੇ ਚਾਹੇ ਜੋ ਮਰਜ਼ੀ ਹੋ ਜੇ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਣਾ, ਖਾਸ ਤੌਰ ਤੇ ਪੰਜਾਬ ਦੇ ਵਿੱਚ। ਹਰਪ੍ਰੀਤ ਜੀ, ਮੈਨੂੰ ਪਹਿਲਾਂ ਤੇ ਸਭ ਤੋਂ ਜ਼ਿਆਦਾ ਦੁੱਖ ਇਹ ਹੁੰਦਾ ਹੈ ਕਿ ਸਵੇਰ ਸਾਹਿਬ ਇੱਕ ਵਕੀਲ ਨੇ ਤੇ ਵਕੀਲ ਹੋ ਕੇ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਨਾ ਔਰ ਇੰਨਾ ਝੂਠ ਬੋਲਣਾ ਬਹੁਤ ਹੀ ਅਫਸੋਸਜਨਕ ਹੈ। ਇੱਕ ਗੱਲ ਨੂੰ ਸਮਝਣ ਕਿ ਮੈਨੂੰ ਇਹ ਦੱਸ ਦੇਣ ਕਿ ਇਸ ਕਾਨੂੰਨ ਦੇ ਵਿੱਚ ਹਿੰਦੁਸਤਾਨ ਦੀ ਸੈਕੂਲਰਿਜ਼ਮ ਨੂੰ ਕਿੱਥੇ ਢਾਹ ਲੱਗੀ ਹੈ। ਦੱਸ ਦੇ। ਇਹ ਕਾਨੂੰਨ ਸਿਰਫ ਵਿਦੇਸ਼ਾਂ ਦੇ ਵਿੱਚ ਜਿਹੜੀ ਘੱਟ ਗਿਣਤੀ ਸਾਡੇ ਪਾਕਿਸਤਾਨ, ਬੰਗਲਾਦੇਸ਼ ਔਰ ਅਫਗਾਨਿਸਤਾਨ 'ਚ ਹੈਗੀ ਹੈ, ਜਿੱਥੇ ਧਾਰਮਿਕ ਉਹਦੇ ਉੱਤੇ ਉਤਪੀੜਨ ਹੋ ਰਿਹਾ ਉਹਨਾਂ ਦਾ, ਉਹ ਜਿਹੜੇ ਸ਼ਰਨਾਰਥੀ ਸਾਡੇ ਇੱਥੇ ਆਏ ਨੇ, ਚਾਹੇ ਉਹ ਹਿੰਦੂ ਹੋਣ, ਬੌਧ ਹੋਣ, ਜੈਨ ਹੋਣ, ਪਾਰਸੀ ਹੋਣ, ਇਹ ਜਿਹੜੇ 6 ਕੈਟਾਗਰੀਜ਼ ਹੈਗੀਆਂ ਨੇ, ਉਹਨਾਂ ਨੂੰ ਜਿਹੜੇ ਆਲਰੇਡੀ 31 ਦਸੰਬਰ 2014 ਤੱਕ ਦੇਸ਼ ਦੇ ਵਿੱਚ ਆ ਚੁੱਕੇ ਨੇ, ਉਹਨਾਂ ਨੂੰ ਨਾਗਰਿਕਤਾ ਦੇਣ ਦਾ ਇਹ 'ਚ ਕਿਹਦੀ ਨਾਗਰਿਕਤਾ ਖੋਲੀ, ਕਿਹੜਾ ਸੈਕੂਲਰਿਜ਼ਮ ਨੂੰ ਢਾਹ ਲਾਤੀ। ਮੈਂ ਕਹਿੰਦਾ ਝੂਠ ਦੇ ਵੀ ਕੋਈ ਅੰਤ ਹੁੰਦਾ ਯਾਰ, ਕੋਈ ਕੁਝ ਤਾਂ ਸ਼ਰਮ ਕਰ ਲਓ ਕਾਂਗਰਸੀਓ, ਤੁਸੀਂ ਕਿੱਥੇ ਤੱਕ ਝੂਠ ਬੋਲੋਗੇ? ਹਰਪ੍ਰੀਤ ਜੀ ਜਵਾਬ ਹੁਣੇ ਵੀ ਲੈ ਲਿਓ ਮੈਨੂੰ। ਕਿਹੜੇ ਸੰਵਿਧਾਨ ਦੇ ਵਿੱਚ ਕਿਹੜੇ ਕਾਨੂੰਨ ਢਾਹ ਲਾਈ ਹੈ ਬੀਜੇਪੀ ਨੇ, ਕਿੱਥੇ ਲਾਈ ਹੈ? ਤੁਸੀਂ ਮੈਨੂੰ ਇਹ ਦੱਸ ਦਿਓ ਨਾ। ਬਿਲਕੁਲ ਆਪਾਂ ਸਰੀਨ ਸਾਹਿਬ ਜਵਾਬ ਲੈ ਲੈਣਾ, ਸਰੀਨ ਸਾਹਿਬ ਜਵਾਬ ਲੈਣਾ। ਸੋਇ ਸਾਹਿਬ, ਹਾਂਜੀ ਸੋਇ ਸਾਹਿਬ ਦੇਣ ਦੀ ਗੱਲ ਹੈ, ਕਿਸੇ ਦੀ ਨਾਗਰਿਕਤਾ ਲੈਣ ਦੀ ਗੱਲ ਨਹੀਂ ਹੋ ਰਹੀ। ਹਾਂਜੀ ਸੋਇ ਸਾਹਿਬ ਬੋਲੋ। ਸਰੀਨ ਸਾਹਿਬ ਕੁਝ ਪੜ੍ਹ ਵੀ ਲਿਆ ਕਰੋ, ਪੜ੍ਹ ਲਿਖ ਲਿਆ ਕਰੋ, ਐਵੇਂ ਦੇਸ਼ ਨੂੰ ਸਾੜੋ ਨਾ, ਲੋਕਾਂ ਨੂੰ ਲੜਾਓ ਨਾ। ਇੰਟਰਨੈਸ਼ਨਲ ਸਾਹਿਬ ਤੁਸੀਂ ਪੜ੍ਹੋ, ਪੜ੍ਹਨ ਦੀ ਲੋੜ ਤੁਹਾਨੂੰ ਹੈ। ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਤੋਂ ਲੈ ਕੇ, ਜਿਹਦੇ ਵਿੱਚ ਹਿੰਦੁਸਤਾਨ ਜਿਹੜਾ ਹੈਗਾ ਕਨਵੈਨਸ਼ਨਾਂ ਦਾ ਸਾਰਾ ਰੈਟੀਫਾਈ ਕੀਤੀਆਂ ਹੋਈਆਂ ਨੇ, ਮੰਨੀਆਂ ਹੋਈਆਂ ਨੇ ਇੰਟਰਨੈਸ਼ਨਲ ਲੈਵਲ ਤੇ ਸੰਵਿਧਾਨ ਦੇ ਵਿੱਚ। ਜਦੋਂ ਤੁਸੀਂ ਗੱਲ ਕਰਦੇ ਹੋ ਧਰਮ ਨਿਰਪੱਖਤਾ ਦੀ, ਤਾਂ ਤੁਸੀਂ ਦੇਸ਼ ਦੀ ਨਾਗਰਿਕਤਾ ਧਰਮ ਦੇਖ ਕੇ ਨਹੀਂ ਕਰਦੇ। ਤੁਸੀਂ ਜਿਹੜੇ ਬਾਹਰੋਂ ਸ਼ਰਨਾਰਥੀ ਆਉਣ ਵਾਲੇ ਨੇ, ਉਹਨਾਂ ਨੂੰ ਧਰਮ ਦੇਖ ਕੇ ਤੁਸੀਂ ਨਾਗਰਿਕਤਾ ਨਹੀਂ ਦਿੰਦੇ। ਅੱਗੇ ਤੁਸੀਂ ਇਹ ਗੱਲ ਕਰ ਰਹੇ ਹੋ ਬੰਗਲਾਦੇਸ਼ ਦੀ, ਪਾਕਿਸਤਾਨ ਦੀ ਤੇ ਅਫਗਾਨਿਸਤਾਨ ਦੀ, ਤੁਸੀਂ ਸ੍ਰੀਲੰਕਾ ਦੀ ਗੱਲ ਕਿਉਂ ਨਹੀਂ ਕਰਦੇ? ਤੁਸੀਂ ਬਾਕੀ ਕੰਟਰੀ ਦੀ ਗੱਲ ਕਿਉਂ ਨਹੀਂ ਕਰਦੇ? ਪਾਕਿਸਤਾਨ ਦੇ ਵਿੱਚ ਅਹਿਮਦੀਆਜ਼ ਨੇ, ਉੱਥੇ ਜਿੱਥੇ ਪਰਸੀਕਿਊਸ਼ਨ ਹੁੰਦੀ ਹੈ, ਉਹਨਾਂ ਨੂੰ ਮਾਰਿਆ ਜਾਂਦਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਕਤਲ ਕਰਤਾ। ਜੋ ਸਾਡੇ ਗੁਰਦਾਸਪੁਰ ਬੈਠੇ ਨੇ ਉੱਥੇ ਕਾਦੀਆਂ, ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ? ਕਿਹੜੀ ਤੁਸੀਂ ਕਿਉਂ ਨਹੀਂ ਗੱਲ ਕਰਦੇ? ਮੈਂ ਤੇ ਗਿਣਾਣ ਜਾਵਾਂ, ਬਾਕੀ ਭੂਟਾਨ ਦੇ ਵਿੱਚ, ਨੇਪਾਲ ਦੇ ਵਿੱਚ, ਬਰਮਾ ਦੇ ਵਿੱਚ, ਉੱਥੇ ਇਕੱਲੇ ਧਰਮ ਦੇ ਨਾਂ ਤੇ ਨਹੀਂ, ਉੱਥੇ ਧਰਮ ਦੇ ਨਾਂ ਤੇ ਨਹੀਂ, ਜਿਹੜਾ ਚਲੋ ਆਪਾਂ ਇੱਕ ਕਰਕੇ ਜਵਾਬ ਲੈ ਲੈਣਾ ਬੋਲੋ। ਸਾਡੇ ਦੇਸ਼ ਦੀ ਜਿਹੜਾ ਬੁਨਿਆਦੀ ਢਾਂਚਾ ਇਹ ਹੈਗਾ ਕਿ ਅਸੀਂ ਦੁਨੀਆ ਦੇ ਵਿੱਚ, ਸੁਣੋ, ਸਾਨੂੰ ਕੋਈ ਤਰ੍ਹਾਂ ਵਿਚਨਾ ਬੋਲੋ, ਹੁਣ ਬੁਨਿਆਦੀ ਢਾਂਚੇ ਨੂੰ ਕਿਤੇ ਨਹੀਂ ਲੱਗੀ। ਇਹ ਸਿਰਫ ਤੁਸੀਂ ਸੱਤਾ ਤੋਂ ਬਾਹਰ ਰਹਿ ਕੇ ਹੜਬੜਾਹਟ ਦਾ ਸਾਰਾ ਕੰਮ ਕਰਦੇ ਪਏ ਜੀ। ਨਾ ਬਣੋ, ਮੋਦੀ ਨਾ ਬਣੋ, ਕਿਸੇ ਸੰਵਿਧਾਨ ਦੇ ਨਾਲ ਕੋਈ ਛੇੜਛਾੜ ਨਹੀਂ ਹੋਈ। ਤੁਸੀਂ ਝੂਠ ਦਾ ਪਾਂਦਾ ਬਣਾ ਰਹੇ ਹੋ, ਦੇਸ਼ ਨੂੰ ਗੁੰਮਰਾਹ ਕਰ ਰਹੇ ਹੋ, ਦੇਸ਼ ਨੂੰ ਨਾਰਕੀ ਵਾਸਤੇ ਲੈ ਕੇ ਆ ਰਹੇ ਹੋ। ਨਹੀਂ ਹੋਏਗੀ, ਆਪਾਂ ਇੱਕ ਕਰਕੇ ਗੋਲੀ ਚਲਾਓ ਸਾਡੇ ਤੇ, ਇੱਕ ਕਰਕੇ ਐਕਸ਼ਨ ਲੈ ਲਓ। ਸੋਇ ਸਾਹਿਬ ਤੁਹਾਨੂੰ ਤੁਹਾਡੇ ਬਣਾ ਰਿਹਾ ਕੁਝ ਨਹੀਂਗਾ। ਤੁਸੀਂ ਦੇਸ਼ ਨੂੰ ਗੁੰਮਰਾਹ ਕਰ ਰਹੇ ਹੋ, ਤੁਸੀਂ ਦੇਸ਼ ਨੂੰ ਗੁੰਮਰਾਹ ਕਰ ਰਹੇ ਹੋ। ਕਿਸੇ ਵੀ ਥਾਂ ਦੇ ਉੱਤੇ ਕਾਨੂੰਨ ਨਹੀਂ ਲੱਗੀ। ਮੈਂ ਰਿਪਲਾਈ ਲੈਣਾ ਸਾਰਿਆਂ ਤੋਂ। ਸਰੀਨ ਸਾਹਿਬ ਆਇਆ ਮੈਂ ਤੁਹਾਡੇ ਕੋਲ, ਮੈਂ ਤਾਰੀ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੁੰਦਾ। ਤਾਰੀ ਸਾਹਿਬ ਇੱਕ ਮਿੰਟ, ਮੈਂ ਦੋਵਾਂ ਨੂੰ ਚੁੱਪ ਕਰਾ ਰਿਹਾ, ਤੁਹਾਨੂੰ ਪੂਰਾ ਟਾਈਮ ਦੇਤਾ ਨਾ ਮੈਂ ਹੁਣ। ਕੋਈ ਇਤਰਾਜ਼ ਨਹੀਂ। ਇੱਕ ਮਿੰਟ ਸੋਇ ਸਾਹਿਬ, 6 ਰੱਖੇ ਧਰਮ ਰੱਖੇ ਆ, ਉਹਨਾਂ ਨੂੰ ਨਾਗਰਿਕਤਾ ਦੇ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਇਤਰਾਜ਼ ਇਹ ਹੈਗਾ ਤੁਸੀਂ ਧਰਮ ਨੂੰ ਆਧਾਰ ਕਿਉਂ ਬਣਾਇਆ? ਜਿਨ੍ਹਾਂ ਨੂੰ ਨਾਗਰਿਕਤਾ ਦਿੱਤੀ ਗਈ ਹੈ, ਤੁਸੀਂ ਉਹਦੇ ਖਿਲਾਫ ਹੋ।
ਅੱਛਾ ਅਸੀਂ ਸਨੀ ਸਾਹਿਬ ਦੱਸੋ, ਅਸੀਂ ਕਹਿੰਦੇ ਜਿਹੜੇ ਸ਼ਰਨਾਰਥੀ ਆਏ ਨੇ ਉਹਨਾਂ ਨੂੰ ਨਾਗਰਿਕਤਾ ਦੇਣ ਦੇ ਖਿਲਾਫ ਹੋ। ਜੇ ਮੈਂ ਮੁਸਲਮਾਨ ਤੁਸੀਂ ਆਪਣੀ ਸਪੀਚ ਸਪਸ਼ਟ ਕਰੋ ਕਿ ਇੰਨੇ ਸਿੱਖ ਜਿਹੜੇ ਆਏ ਨੇ ਤੁਸੀਂ ਸਿੱਖਾਂ ਨੂੰ ਚਾਹੁੰਦੇ ਹੋ ਨਾਗਰਿਕਤਾ ਨਾ ਦਿੱਤੀ ਜਾਵੇ? ਤੁਸੀਂ ਕਿਉਂ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਪੂਰੇ ਦੇਸ਼ ਦੇ ਵਿੱਚ? ਚਲੋ ਹੁਣ ਮੇਰੇ ਕੋਲ ਬਹੁਤ ਟਾਈਮ ਦੇ ਦਿੱਤਾ ਮੇਰਾ ਸਰ ਦੋਵਾਂ ਨੂੰ। ਕਿਉਂ ਮੰਗਦੇ ਹੋ? ਚਲੋ ਸਾਹਿਬ ਇੱਕ ਮਿੰਟ ਤੁਸੀਂ ਹੁਣ ਬਹੁਤ ਟਾਈਮ ਦੇ ਦਿੱਤਾ ਬਾਕੀ ਕਿ ਉਹਨਾਂ ਨੂੰ ਨਾਗਰਿਕਤਾ ਨਾ ਦਿੱਤੀ ਜਾਵੇ। ਦੋ ਲੜਕੇ ਅਫਗਾਨਿਸਤਾਨ ਤੋਂ ਸਿੱਖ ਆਏ ਨੇ ਉਹਨਾਂ ਨੂੰ ਨਾਗਰਿਕਤਾ ਨਾ ਦਿੱਤੀ ਜਾਵੇ। ਚਲੋ ਤੁਸੀਂ ਹਮੇਸ਼ਾ ਦੇਸ਼ ਨੂੰ ਤਾਰੀ ਸਾਹਿਬ ਇੱਕ ਗੱਲ ਦੱਸੋ, ਜਿਹੜਾ ਮੁੱਦਾ ਇਹਨਾਂ ਨੇ ਚੱਕਿਆ ਸਵੈਚ ਸਾਹਿਬ ਨੇ ਕਿ ਅਕਾਲੀ ਦਲ ਐਮਰਜੈਂਸੀ ਦੇ ਵਿੱਚ ਮੋਰਚੇ ਲਾਉਂਦਾ ਰਿਹਾ, ਤੁਸੀਂ ਗੱਲਾਂ ਕਰਦੇ ਰਹੇ ਏਕਾਧਿਕਾਰ ਦੀਆਂ, ਸੂਬਿਆਂ ਨੂੰ ਵੱਧ ਅਧਿਕਾਰਾਂ ਦੀਆਂ, ਤੁਸੀਂ ਧਰਮ ਨਿਰਪੱਖਤਾ ਤੋਂ ਉੱਪਰ ਉੱਠ ਕੇ ਗੱਲਾਂ ਕਰਦੇ ਰਹੇ। ਅੱਜ ਕੀ ਅਕਾਲੀ ਦਲ ਨੂੰ ਮਜਬੂਰੀ ਹੋ ਗਈ ਕਿ ਉਹਨਾਂ ਨੂੰ ਇਸ ਬਿੱਲ ਦਾ ਸਮਰਥਨ ਕਰਨਾ ਪੈ ਰਿਹਾ? ਦੇਖੋ ਮੈਂ ਨਾ ਜਦੋਂ ਸਵੈਚ ਸਾਹਿਬ ਨੇ ਸਟਾਰਟ ਕੀਤਾ ਸੀ, ਜਦੋਂ ਪ੍ਰੀਐਮਬਲ ਤੋਂ ਸਟਾਰਟ ਕੀਤਾ ਸੀ ਨਾ, ਤਾਂ ਮੈਨੂੰ ਥੋੜੀ ਜਿਹੀ ਆਸ ਲੱਗੀ ਸੀ ਵੀ ਇਹ ਜਿਹੜਾ ਹੈਗਾ ਅੱਜ ਕਾਨੂੰਨ ਦੀ ਗੱਲ ਕਰਨਗੇ, ਕਿਉਂਕਿ ਹਾਈ ਕੋਰਟ ਦੇ ਜਾਣੇ ਪਛਾਣੇ ਵਕੀਲਾਂ ਦੇ ਵਿੱਚ ਆਉਂਦੇ ਆ। ਤੇ ਇਹਨਾਂ ਨੇ ਉਹ ਗੱਲ ਨੂੰ ਛੱਡ ਕੇ ਇਹਨਾਂ ਨੇ ਇੱਕ ਉਹੀ ਕਾਂਗਰਸ ਦੀ ਭਾਸ਼ਾ ਦੇ ਵਿੱਚ ਜਿਹੜਾ ਲੈਕਚਰਬਾਜ਼ੀ ਹੁੰਦੀ ਹੈ ਨਾ, ਉਹ ਸਟਾਰਟ ਕਰਤੀ। ਔਰ ਇਹਨਾਂ ਨੇ ਇਹ ਕਿਤੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਵੀ CAA ਹੈ ਕੀ ਹੈ, ਜਿਹੜਾ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਵੇ। ਅਸੀਂ ਅੱਜ ਚੈਨਲ ਤੇ ਬੈਠੇ ਹੈਗੇ ਆ, ਚੈਨਲ ਜਿਹੜਾ ਹੈਗਾ ਲੋਕਾਂ ਤੱਕ ਇਹ ਚੀਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਕਾਂਗਰਸ ਦਾ ਕੀ ਕਿਰਦਾਰ ਹੈਗਾ ਇਹਦੇ ਪਿੱਛੇ। ਦੇਖੋ CAA ਜਿਹੜਾ ਹੈਗਾ ਇਹ ਪਹਿਲਾਂ ਨਾ ਜਿਹੜਾ ਨਾਗਰਿਕਤਾ ਐਕਟ ਹੈ ਜਿਹੜਾ ਇਹ 1955 ਦੇ ਵਿੱਚ ਪਾਸ ਹੋ ਗਿਆ ਸੀ, ਪਰ ਉਹਦੇ ਵਿੱਚ ਇੱਕ ਜਿਹੜਾ ਹੈਗਾ ਬਿੱਲ ਲਿਆ ਕੇ ਜਿਹੜੀ ਅਮੈਂਡਮੈਂਟ ਹੁਣ ਕਰ ਦਿੱਤੀ ਗਈ ਹੈ। ਉਸ ਅਮੈਂਡਮੈਂਟ ਦੇ ਮੁਤਾਬਕ ਇਹ ਹੈਗਾ ਕਿ ਜਿਹੜੇ ਪਿਛਲੇ ਪਹਿਲਾਂ ਉਹਦੇ ਵਿੱਚ 11 ਸਾਲ ਦੀ ਮਿਆਦ ਸੀ, ਉਹ ਘਟਾ ਕੇ ਜਿਹੜੀ ਹੈਗੀ 5 ਸਾਲ ਦੀ ਕਰਤੀ 2014 ਤੋਂ ਬਾਅਦ ਜਿਹੜੇ ਇੱਥੇ ਰਹਿਣ ਵਾਲੇ ਲੋਕ ਹੈਗੇ ਆ। ਹੁਣ ਇਹਦੇ ਵਿੱਚ ਕੁਐਸਚਨ 2 ਹੈਗੇ ਆ, ਜਿਹੜਾ ਮੇਨ ਕੁਐਸਚਨ ਹੈਗੇ ਆ ਜਿਹੜੇ ਇਹ ਉਠਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅਕਾਲੀ ਦਲ ਕਿਉਂ ਨਹੀਂ ਬੋਲਦਾ, ਇਹ ਜਿਹੜਾ ਹੈਗਾ ਗਲਤ ਕਰ ਰਹੇ ਆ, ਧੱਕਾ ਕਰ ਰਹੇ ਆ। ਜੇ ਤਾਂ ਮੈਂ ਨਿਗਾਹ ਵਕੀਲ ਦੀ ਨਾਲ ਦੇਖਾਂ ਤਾਂ ਮੈਂ ਇਹ ਸਮਝਦਾ ਹਾਂ ਕਿ CAA ਬਿਲਕੁਲ ਸਹੀ ਐਕਟ ਹੈਗਾ, ਇਹ ਪਾਸ ਹੋਣਾ ਚਾਹੀਦਾ ਸੀ। ਬੋਲਣ ਦਿਓ ਮੈਨੂੰ, ਤੋਬਾ ਨਾ ਕਰੋ, ਰੁਕ ਜਾਓ। ਮੈਂ ਤੁਸੀਂ ਇੰਨਾ ਰੌਲਾ ਪਾਇਆ, ਸੁਣੋ, ਇੰਨਾ ਰੌਲਾ ਪਾਇਆ ਤੁਸੀਂ ਇਸ ਗੱਲ ਦੇ ਵਿੱਚ ਨਾ, ਤੁਸੀਂ ਸਾਡੀ ਵੀ ਸੁਣੋ ਨਾ, ਅਸੀਂ ਤੁਹਾਡੀ। ਹਾਂਜੀ ਬੋਲੋ ਤਾਰੀ ਸਾਹਿਬ। ਪਰ ਜਿਵੇਂ ਸਾਡੇ ਪ੍ਰਧਾਨ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਹੈ ਕਿ ਜੇ 6 ਜਾਤੀਆਂ ਦੀ ਗੱਲ ਕੀਤੀ ਹੈਗੀ ਆ ਤਾਂ ਉਹਦੇ ਵਿੱਚ ਜਿਹੜਾ ਹੈਗਾ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦੇ ਦੇਣੀ ਚਾਹੀਦੀ ਸੀ। ਪਰ ਜੇ ਉਹਦੇ ਪਿੱਛੇ ਦਾ ਤਰਕ ਦੇਖਿਆ ਜਾਵੇ, BJP ਦੇ ਤਰਕ ਦੀ ਗੱਲ ਕੀਤੀ ਜਾਵੇ, ਤਾਂ ਜਿਹੜੀਆਂ ਸਟੇਟਾਂ ਇਸ ਗੱਲ ਤੇ ਹੀ ਫਾਰਮ ਹੋਈਆਂ ਵੀਆਂ, ਜਿਵੇਂ ਪਾਕਿਸਤਾਨ ਆ, ਉਹ ਕਹਿੰਦੇ ਅਸੀਂ ਇਸਲਾਮਿਕ ਸਟੇਟ ਹੈਗੇ ਆ, ਔਰ ਨਾਲ ਹੀ ਅਫਗਾਨਿਸਤਾਨ ਕਹਿੰਦਾ ਅਸੀਂ ਇਸਲਾਮਿਕ ਸਟੇਟ ਹੈਗੇ। ਉਹਨਾਂ ਦੇ ਨਾਗਰਿਕਾਂ ਨੂੰ ਜਿਹੜੇ ਮੁਹੰਮਦਨ ਧਰਮ ਦੇ ਵਿੱਚੋਂ ਲੋਕ ਹੈਗੇ ਆ, ਜੇ ਉਹ ਉਸ ਧਰਮ ਦੇ ਵਿੱਚ ਜਿਹੜੇ ਰਹਿੰਦੇ ਹੋ, ਜੇ ਉਸ ਕੰਟਰੀ ਦੇ ਵਿੱਚ ਉਹ ਮਹਿਫੂਜ਼ ਨਹੀਂ ਹੈਗੇ ਤਾਂ ਹਿੰਦੁਸਤਾਨ ਦੇ ਵਿੱਚ ਕਿਵੇਂ ਮਹਿਫੂਜ਼ ਹੋ ਸਕਦੇ ਹੈਗੇ ਆ। ਸੋ ਇੰਨਾ ਹੀ ਕੁਐਸਚਨ ਹੈਗਾ। ਦੇਖੋ ਸਿੱਖਾਂ ਦੀ ਜਿਹੜਾ ਇਹ ਅਕਾਲੀ ਦਲ ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰਦੇ ਆ, ਅਸੀਂ ਆਪਣੀ ਗੱਲ ਕੀਤੀ ਆ ਔਰ ਰੱਖੀ ਆ। ਅਸੀਂ ਕਹਿੰਦੇ ਆ ਕਿ ਜੇ ਬਾਕੀਆਂ ਨੂੰ ਜਿਹੜੀ ਨਾਗਰਿਕਤਾ ਦੀ ਗੱਲ ਕੀਤੀ ਹੈਗੀ ਆ ਤਾਂ ਜਿਹੜਾ ਹੈਗਾ ਜਿਹੜੇ ਮੁਸਲਮਾਨ ਹੈਗੇ ਆ, ਸਾਡਾ ਭਾਈਚਾਰਾ ਹੈਗਾ, ਉਹਨਾਂ ਨੂੰ ਵੀ ਦੇਣੀ ਚਾਹੀਦੀ। ਇਹ ਤਾਂ ਬੜੀ ਵਾਰ ਚਰਚਾ ਹੋ ਗਈ, ਹੁਣ ਆਪਾਂ ਅੱਗੇ ਵਧੀਏ। ਹੁਣ ਵਿਧਾਨ ਸਭਾ ਚ ਕੀ ਐਕਸ਼ਨ, ਵਿਧਾਨ ਸਭਾ ਤੁਹਾਡਾ ਕੀ ਐਕਸ਼ਨ ਰਹਿਣ ਵਾਲਾ? ਕਿਉਂਕਿ ਹਾਲੇ ਤੱਕ ਤੁਸੀਂ ਤਰਕ ਇਹ ਦਿੰਦੇ ਰਹੇ ਹੋ, ਇੱਕ ਮਿੰਟ, ਹਾਲੇ ਤੱਕ ਤੁਸੀਂ ਤਰਕ ਇਹ ਦਿੰਦੇ ਰਹੇ ਹੋ ਕਿ ਅਫਗਾਨੀ ਸਿੱਖਾਂ ਦੀ ਅਸੀਂ ਬੜੀ ਲੰਬੀ ਲੜਾਈ ਲੜੀ ਹੈ, ਅਫਗਾਨੀ ਸਿੱਖਾਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਤੁਸੀਂ ਇਸ ਬਿੱਲ ਤੇ ਹਾਮੀ ਭਰੀ ਹੈ। ਹੁਣ ਵਿਧਾਨ ਸਭਾ ਦੇ ਵਿੱਚ ਫਿਰ ਤੋਂ ਇਸ ਤੇ ਚਰਚਾ ਹੋਵੇਗੀ, ਔਰ ਹੁਣ ਤੁਹਾਡਾ ਤਰਕ ਕੀ ਰਹਿਣ ਵਾਲਾ ਜਾਂ ਸਟੈਂਡ ਕੀ ਰਹਿਣ ਵਾਲਾ? ਦੇਖੋ ਮੈਂ ਤੁਹਾਨੂੰ ਹਰਪ੍ਰੀਤ ਜੀ ਇੱਕ ਗੱਲ ਬੜੀ ਕਲੀਅਰ ਕਰ ਦਵਾਂ। ਜੇ ਹੁਣ ਤੁਸੀਂ ਮੈਨੂੰ ਵਕੀਲ ਦੇ ਤੌਰ ਤੇ ਪੁੱਛਦੇ ਹੈਗੇ ਆ, ਸਵੈਚ ਸਾਹਿਬ ਵੀ ਬੈਠੇ ਹੈਗੇ, ਕੰਟਰੀ ਦੇ ਵਿੱਚ ਜਿਹੜਾ ਇਹ ਐਕਟ ਹੈਗਾ, ਸਿਟੀਜ਼ਨਸ਼ਿਪ ਐਕਟ ਹੈਗਾ, ਇਹ ਐਕਟ ਜਿਹੜਾ ਸੈਂਟਰਲ ਐਕਟ ਹੈਗਾ, ਠੀਕ ਹੈ, ਇਹਦੇ ਵਿੱਚ ਸਟੇਟ ਦਾ ਕੋਈ ਤਲਕ ਨਹੀਂ ਹੈਗਾ। ਨਾ ਸਟੇਟ ਤੋਂ ਕਿਸੇ ਨੇ ਨਾਗਰਿਕਤਾ ਲੈਣ ਆਉਣਾ, ਨਾ ਨਾਗਰਿਕਤਾ ਸਟੇਟ ਨੇ ਕਿਸੇ ਨੂੰ ਦੇਣੀ ਹੈਗੀ ਆ। ਇਹ ਉਵੇਂ ਵਾਲੀ ਉਹ ਗੱਲ ਹੈਗੀ ਆ ਜਿਵੇਂ ਪਹਿਲਾਂ ਜਿਹੜਾ ਹੈਗਾ ਮੋਟਰ ਵਹੀਕਲ ਐਕਟ ਪਾਸ ਕੀਤਾ ਸੀ ਸੈਂਟਰ ਨੇ, ਔਰ ਇਹਨਾਂ ਨੇ ਉਹਦੀ ਖਿੱਲੀ ਉਡਾਈ ਸੀ। ਖਿੱਲੀ ਉਡਾਉਣ ਤੋਂ ਬਾਅਦ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਾਂਗੇ, ਔਰ ਬਾਅਦ ਦੇ ਵਿੱਚ ਹੂ ਬਹੂ ਜਿਹੜਾ ਇਹਨਾਂ ਨੇ ਲਾਗੂ ਕੀਤਾ। ਹਾਲਾਂਕਿ ਉਹਦੇ ਵਿੱਚ ਇਹ ਸੀ
ਕਿ ਸਟੇਟਾਂ ਜਿਹੜੀ ਹੈਗੀਆਂ ਆਪਣੇ ਰੂਲ ਅਮੈਂਡ ਕਰਕੇ ਕਰ ਸਕਦੇ, ਪਰ ਇਹਨਾਂ ਨੇ ਉਹ ਵੀ ਨਹੀਂ ਕੀਤੇ। ਹੂ ਬਹੂ ਇਹਨਾਂ ਨੇ ਉਸ ਤਰ੍ਹਾਂ ਹੀ ਫਿੱਟ ਕਰਤਾ। ਦੇਖੋ ਬਹੁਤ ਸਾਰੇ ਕੰਟਰੀਜ਼ ਹੈਗੇ ਜਿਹਦੇ ਵਿੱਚ ਨਹੀਂ, ਮੈਂ ਤਾਂ ਕੁਝ ਹੋਰ ਗੱਲ ਪੁੱਛ ਰਿਹਾ। ਤੁਸੀਂ ਤਾਂ ਮੈਨੂੰ ਇਹ ਦੱਸੋ ਕਿ ਵਿਧਾਨ ਸਭਾ 'ਚ ਤੁਹਾਡਾ ਸਟੈਂਡ ਕੀ ਰਹਿਣ ਵਾਲਾ? ਸਾਡਾ ਬਸ ਜਿਹੜਾ ਉਹੀ ਰਹੇਗਾ ਜਿਹੜਾ ਲੋਕ ਸਭਾ 'ਚ ਚਲੋ ਠੀਕ ਹੈ। ਮੈਨੂੰ ਰਿਐਕਸ਼ਨ ਸਾਰਿਆਂ ਦਾ। ਇਕਬਾਲ ਸਿੰਘ, ਮੈਨੂੰ ਇੱਕ ਮਿੰਟ ਲੈਣਾ, ਇੱਕ ਮਿੰਟ ਪਲੀਜ਼, ਮੈਂ ਤੁਹਾਨੂੰ ਬਹੁਤ ਟਾਈਮ ਦਿੱਤਾ ਸਵੈਚ ਸਾਹਿਬ, ਮੈਨੂੰ ਇੱਕ ਮਿੰਟ ਸਾਰਿਆਂ ਤੋਂ ਰਿਐਕਸ਼ਨ ਲੈ ਲੈਣ ਦਿਓ। ਮੈਂ ਸਾਰਿਆਂ ਨੂੰ ਸੱਦਾ ਦਿੱਤਾ ਇੱਥੇ। ਇਕਬਾਲ ਸਿੰਘ ਜੀ, ਇਸ ਮੁੱਦੇ ਦੇ ਉੱਤੇ ਹੁਣ ਵਿਧਾਨ ਸਭਾ ਦੇ ਵਿੱਚ ਵੀ ਸੈਸ਼ਨ ਬੁਲਾਇਆ ਜਾ ਰਿਹਾ ਔਰ ਸੈਸ਼ਨ ਦੇ ਵਿੱਚ ਵੀ ਇਸ ਤੇ ਚਰਚਾ ਹੋਵੇਗੀ। ਮੈਂ ਤੁਹਾਡੀ ਪਾਰਟੀ ਦਾ ਸਟੈਂਡ ਵੀ ਜਾਣਨਾ ਚਾਹੁੰਦਾ ਔਰ ਦੂਜੀ ਗੱਲ ਇੱਕ ਹੋਰ ਜਾਣਨਾ ਚਾਹੁੰਦਾ ਕਿ ਵਿਰੋਧੀ ਧਿਰਾਂ ਇਸ ਮੁੱਦੇ ਤੇ ਇਕਜੁੱਟ ਹੋਣੀਆਂ ਚਾਹੀਦੀਆਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ। ਹਾਲ ਹੀ ਦੇ ਵਿੱਚ ਵਿਰੋਧੀ ਧਿਰਾਂ ਦੀ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਨਦਾਰਦ ਸੀਗੇ, ਜਿਸ ਤੇ ਕਿੰਤੂ ਪਰੰਤੂ ਕੀਤਾ ਗਿਆ ਵੀ ਤੁਸੀਂ ਸਵਾਲ ਤਾਂ ਚੁੱਕਦੇ ਹੋ ਕਿ ਇਹਦੇ ਤੇ ਸਾਡੇ ਵੱਡੇ ਸਵਾਲ ਨੇ, ਪਰ ਤੁਸੀਂ ਸਵਾਲ ਇਕੱਠੇ ਹੋ ਕੇ ਨਹੀਂ ਚੁੱਕ ਪਾਉਂਦੇ ਤਾਂ ਸਰਕਾਰ ਨੂੰ ਹਿਲਾਉਣਾ ਕਿਵੇਂ ਆਏਗਾ? ਦੇਖੋ ਜੀ, ਪਹਿਲਾਂ ਮੈਂ ਸੰਵਿਧਾਨ ਤੇ ਜਾਊਂਗਾ। ਇਹ ਤਾਂ ਇਸ਼ੂ ਇਲਜ਼ਾਮਬਾਜ਼ੀਆਂ ਲੱਗਦੀਆਂ ਰਹਿਣੀਆਂ। ਹੁਣ ਸਾਡਾ ਬੜਾ ਖੂਬਸੂਰਤ ਸੰਵਿਧਾਨ ਹੈ, ਹਰੇਕ ਧਾਰਾ ਇੱਕ ਦੂਜੇ ਦੇ ਮੂਹਰੇ ਬੈਰੀਅਰ ਬਣ ਕੇ ਖੜੀ ਹੈ। ਹੁਣ ਜਿਹੜੇ ਸੈਂਟਰ ਦੇ ਅਧਿਕਾਰ ਹੈ ਉਹ ਵੀ ਡਿਫਾਈਨ ਹੈ, ਰਾਜ ਦੇ ਵੀ ਡਿਫਾਈਨ ਹੈ, ਬਹੁਤ ਕਲੀਅਰ ਹੈ। ਤੇ ਧਾਰਾ 15 ਦੇ 312 ਅਨੁਛੇਦ ਇਹ ਕੇਂਦਰ ਨੂੰ ਸ਼ਕਤੀ ਦਿੰਦਾ, 256 ਕੇਂਦਰ ਨੂੰ ਦਿੰਦਾ, 257 ਕੇਂਦਰ ਨੂੰ ਦਿੰਦਾ, 360 ਵਿੱਤੀ ਐਮਰਜੈਂਸੀ ਵੀ ਲਾ ਸਕਦਾ ਕੇਂਦਰ। ਇਸੇ ਤਰ੍ਹਾਂ ਆਪਣਾ ਦੂਜਾ ਰਾਸ਼ਟਰਪਤੀ ਰਾਜ ਵੀ ਲਾ ਸਕਦਾ। ਇਹ ਗੱਲਾਂ ਫਿਰ ਬੇਬੁਨਿਆਦ ਨੇ ਕਿ ਅਸੀਂ ਸੂਬਿਆਂ 'ਚ ਲਾਗੂ ਨਹੀਂ ਕਰਾਂਗੇ। ਤੇ ਹੁਣ ਮੈਂ ਸੂਬਿਆਂ ਦੀ ਵੀ ਆ ਜਾਣਾ। ਤੇ ਦੋ ਜਿਹੜੀ ਆਪਣੀ ਧਾਰਾ ਇਹਦੇ 54 ਤੇ 55, 73, 162, 241 ਇਹ ਰਾਜਾਂ ਕੋਲ ਸ਼ਕਤੀਆਂ। ਮਤਲਬ ਕੋਈ ਵੀ ਤੁਸੀਂ ਕਾਨੂੰਨ ਬਣਾਉਣਾ ਰਾਜਾਂ ਇਕੱਲੇ ਨਹੀਂ ਤੁਸੀਂ ਬਣਾ ਸਕਦੇ, ਰਾਜਾਂ ਦੀ ਸਹਿਮਤੀ ਨਾਲ ਚਾਹੀਦੀ ਹੈ। ਇਹ ਬੈਰੀਅਰ ਹੈ ਉਹਦੇ ਅੱਗੇ ਜੋ ਵੀ ਤੁਸੀਂ ਕੀਤਾ। ਨਹੀਂ, ਪਰ ਜਿਹੜਾ ਕਾਨੂੰਨ ਸੰਵਿਧਾਨ ਦੇ ਵਿੱਚ ਜਿਹੜਾ ਕਾਨੂੰਨ ਸੰਵਿਧਾਨ ਦੇ ਵਿੱਚ ਬਣ ਗਿਆ ਨਹੀਂ ਬਣਨਾ, ਜਿਹੜਾ ਉਹ ਰਾਸ਼ਟਰ ਹਿੱਤ ਵਿੱਚ ਹੋਣਾ ਚਾਹੀਦਾ ਤਾਂ ਲਾਗੂ ਹੁੰਦਾ ਸਾਰੇ ਦੇਸ਼ 'ਚ। ਜੇ ਉਹ ਰਾਸ਼ਟਰ ਹਿੱਤ ਨੂੰ ਢਾਹ ਲਾਉਂਦਾ ਤਾਂ ਉਹ ਨਹੀਂ ਲਾਗੂ ਹੋ ਸਕਦਾ। ਉਹਦੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜਾ ਕਾਨੂੰਨ ਹੈ ਇਹ ਦੇਸ਼ ਹਿੱਤ ਦੇ ਵਿੱਚ ਨਹੀਂ ਹੈ ਤੇ ਮੁਲਕ ਦੇ ਵਿੱਚ ਲਾਗੂ ਨਹੀਂ ਹੋਵੇਗਾ? ਬਿਲਕੁਲ। ਇਹਦੇ ਜੇ ਸੂਬਿਆਂ ਦੀ ਰਜ਼ਾਮੰਦੀ ਨਹੀਂ 1976 ਚ 42ਵੀਂ ਸੋਚ ਵੀ ਆ ਗਿਆ, ਤੁਸੀਂ ਰੰਗ ਭੇਦ ਲਿੰਗ ਧਰਮ ਦੇ ਆਧਾਰ ਤੇ ਤੁਸੀਂ ਵਿਤਕਰਾ ਨਹੀਂ ਕਰ ਸਕਦੇ। ਇਹਨੂੰ ਇਹ ਢਾਹ ਲਾਉਂਦਾ, ਇਸ ਕਰਕੇ ਇਹ ਉਦਾਂ ਵੀ ਇਹ ਰੁਕ ਜੂਗਾ ਕਾਨੂੰਨ ਸੁਪਰੀਮ ਕੋਰਟ ਚ। ਠੀਕ ਹੈ। ਤੇ ਤੁਹਾਡਾ ਸਟੈਂਡ ਵਿਧਾਨ ਸਭਾ ਚ ਕੀ ਰਹਿਣਾ ਵਾਲਾ ਫਿਰ? ਸਾਡਾ ਅਸੀਂ ਵਿਰੋਧ ਕਰਾਂਗੇ ਕਿਉਂਕਿ ਇਹ ਸਿਰਫ ਮੁਸਲਮਾਨਾਂ ਦੇ ਨਾਲ ਧੱਕਾ। ਕਿਉਂਕਿ 1955 ਜਿਹੜਾ ਧਾਰਨੀ ਸਾਹਿਬ ਨੇ ਕਿਹਾ ਸਿਟੀਜ਼ਨ ਅਮੈਂਡਮੈਂਟ ਜੋ ਆਇਆ ਸੀਗਾ, ਉਹਦੀ ਧਾਰਾ 5 ਸਭ ਨੂੰ ਸਿਟੀਜ਼ਨਸ਼ਿਪ ਦੇਣ ਨੂੰ ਮਤਲਬ ਪਹਿਲੇ ਅਲਾਓ ਕਰਦੀ ਹੈ ਸਰਕਾਰ ਨੂੰ। ਜੇ ਅਲਾਓ ਕਰਦੀ ਹੈ ਤਾਂ ਨਵਾਂ ਕਿਉਂ ਲਿਆਂਦਾ ਗਿਆ? ਇਹਦਾ ਸਰਕਾਰ ਚਲੋ ਮੈਂ ਰਿਐਕਸ਼ਨ ਸਾਡੇ ਕੋਲ ਸ਼ਕਤੀਆਂ ਹੈਗੀਆਂ ਦੇਣ ਦੀ। ਇਹ ਕਹੀ ਜਾਂਦੇ ਅਸੀਂ ਹਿੰਦੂਆਂ ਨੂੰ ਦੇਣੀਆਂ, ਇਹ ਤਾਂ ਤੁਹਾਡੇ ਕੋਲ ਸ਼ਕਤੀਆਂ ਪਹਿਲਾਂ ਹੀ ਹੈ। ਮੈਂ ਸਰੀਨ ਸਾਹਿਬ ਇੱਕ ਮਿੰਟ ਗਰਗ ਸਾਹਿਬ ਦਾ ਮੈਂ ਇੱਕ ਰਿਐਕਸ਼ਨ ਲੈ ਲਾਂ। ਗਰਗ ਸਾਹਿਬ, ਵਾਰ-ਵਾਰ ਇਹ ਕਿਹਾ ਜਾਂਦਾ ਹੈ ਖਾਸ ਤੌਰ ਤੇ ਬੀਜੇਪੀ ਦੇ ਲੀਡਰਾਂ ਵੱਲੋਂ ਕਿ ਜਿਹੜੇ ਅਧਿਕਾਰ ਸੈਂਟਰ ਗਵਰਨਮੈਂਟ ਦੇ ਕੋਲ ਨੇ, ਜਿਹੜਾ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਇੱਕ ਐਕਟ ਸੀਗਾ ਜਿਹੜਾ ਕਾਨੂੰਨ ਦਾ ਰੂਪ ਧਾਰਨ ਕਰ ਗਿਆ, ਜਿਹੜਾ ਬਣ ਗਿਆ, ਹੁਣ ਉਦੋਂ ਬੇਵਜ੍ਹਾ ਤੂਲ ਦੇਣ ਦੀ ਜ਼ਰੂਰਤ ਸੂਬਾ ਸਰਕਾਰਾਂ ਨੂੰ ਕੀ ਹੈ ਕਿ ਅਸੀਂ ਇਸ ਨੂੰ ਆਪਣੇ ਸੂਬੇ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ, ਜਿਹੜਾ ਕਿ ਉਹਨਾਂ ਦਾ ਅਧਿਕਾਰ ਖੇਤਰ ਹੈ ਹੀ ਨਹੀਂ। ਸਿਰਫ ਸਿਆਸੀ ਵਿਰੋਧ ਦੇ ਲਈ ਇਹ ਲੋਕਾਂ ਨੂੰ ਭੰਬਲ ਭੂਸੇ 'ਚ ਪਾਇਆ ਜਾ ਰਿਹਾ ਕਿ ਦੇਖੋ ਅਸੀਂ ਤਾਂ ਵਿਰੋਧ ਦੇ ਵਿੱਚ ਹਾਂ ਪਰ ਸੈਂਟਰ ਦੇ ਦਬਾਅ ਹੇਠ ਸਾਨੂੰ ਮੰਨਣਾ ਪਏਗਾ। ਨਹੀਂ, ਦੇਖੋ ਸੰਵਿਧਾਨ ਦੀ ਪੋਜੀਸ਼ਨ ਬੜੀ ਕਲੀਅਰ ਹੈ। ਹਾਲਾਂਕਿ ਲੀਗਲ ਨਿਯਮ ਬੈਠੇ ਨੇ, ਸ਼ਾਇਦ ਇਹ ਉਸ ਪਾਸੇ ਗਏ ਨਹੀਂ ਜੀ। ਇਹ 245 ਧਾਰਾ ਦੇ ਅੰਡਰ, ਆਰਟੀਕਲ 245 ਦੇ ਅੰਡਰ ਹੈ ਕਿ ਸੈਂਟਰ ਕਾਨੂੰਨ ਬਣਾਉਂਦਾ ਹੈ। ਜਿਹੜੇ ਸੈਂਟਰ ਕਾਨੂੰਨ ਬਣਾਉਂਦਾ ਹੈ, ਖਾਸ ਕਰਕੇ ਜਿਹੜੇ ਸੈਂਟਰ ਦੀ ਲਿਸਟ ਦੇ ਨੇ ਨਾਗਰਿਕ ਦਾ, ਸੈਂਟਰ ਦੀ ਲਿਸਟ ਦਾ ਕਾਨੂੰਨ ਹੈ, ਸਟੇਟਾਂ ਨੇ ਨਹੀਂ ਦੇਣੀ, ਉਹ ਕਾਨੂੰਨ ਲਾਗੂ ਹੋਣਾ ਹੈ। ਪਰ ਕਾਨੂੰਨ 245 ਧਾਰਾ ਕਾਹਦੀ ਹੈ? ਸੰਵਿਧਾਨ ਦੀ। ਸੋ ਕੋਈ ਵੀ ਕਾਨੂੰਨ ਹਿੰਦੁਸਤਾਨ ਦਾ ਜੇ ਸੰਵਿਧਾਨ ਦੀਆਂ ਧਾਰਾਵਾਂ ਦੇ ਉਲਟ ਹੈ ਤਾਂ ਉਹ ਕਾਨੂੰਨ ਨਹੀਂ ਹੈ। ਹੁਣ ਕਿਵੇਂ ਹੈ ਸੰਵਿਧਾਨ ਦੀ ਧਾਰਾ? ਇਹਨਾਂ ਨੇ ਪ੍ਰੀਐਂਬਲ ਕੋਟ ਕਰਿਆ, ਇਹਨਾਂ ਨੂੰ ਪੜ੍ਹ ਲੈਣਾ ਚਾਹੀਦਾ ਵਕੀਲ ਨੇ। ਧਾਰਾ 5, ਧਾਰਾ 6, ਧਾਰਾ 7, ਧਾਰਾ 8, ਧਾਰਾ 9, ਧਾਰਾ 10, ਧਾਰਾ 11। ਇਹ ਹਿੰਦੁਸਤਾਨ ਦੇ ਵਿੱਚ ਜਦ ਸੰਵਿਧਾਨ ਬਣਿਆ, ਸੰਵਿਧਾਨ ਦੀਆਂ ਧਾਰਾਵਾਂ ਨੇ ਕਿ ਹਿੰਦੁਸਤਾਨ ਦੇ ਕਿਸ ਬੰਦੇ ਨੂੰ ਨਾਗਰਿਕਤਾ ਦੇਣੀ ਹੈ, ਕਿਸ ਨੂੰ ਨਹੀਂ ਦੇਣੀ, ਕਿਸ ਦੀ ਨਾਗਰਿਕਤਾ ਰੱਦ ਕਰਨੀ ਹੈ, ਇਹਦੇ ਤੇ ਧਰਮ ਕੋਈ ਵੀ ਅਧਾਰ ਨਹੀਂ ਹੈ। ਔਰ ਇਹ ਕੌਂਸਟੀਟਿਊਂਟ ਅਸੈਂਬਲੀ ਜਿਹਦੇ ਵਿੱਚ 5, 6 ਤੇ 11 ਤੱਕ ਆਰਟੀਕਲ ਡਿਸਕਸ ਹੋਏ ਜੀ, ਇਹ ਡਿਸਕਸ 10, 11 ਤੇ 12 ਅਗਸਤ 1949 ਨੂੰ ਇਹਦੇ 'ਚ ਥੋਰੋਲੀ ਡਿਸਕਸ ਹੋਇਆ ਵੀ ਇਹਦੇ 'ਚ ਜੀ ਪਾਦੋ ਸਿੱਖਾਂ ਨੂੰ ਦੇਣੀ ਚਾਹੀਦੀ ਹੈ, ਹਿੰਦੂਆਂ ਨੂੰ ਦੇਣੀ ਚਾਹੀਦੀ ਹੈ। ਇਹ ਪੂਰੀ ਦੀ ਪੂਰੀ ਬਹਿਸ ਹੁੰਦੀ ਰਹੀ। ਇਹ ਵੋਟਿੰਗ ਨੂੰ ਪੁੱਟ ਕਰੀ ਗਈ। ਇਹ ਇਸ਼ੂ ਵੋਟਿੰਗ 'ਚ ਵੀ ਨਹੀਂ ਆਇਆ, ਪਹਿਲਾਂ ਹੀ ਰੱਦ ਹੋ ਗਿਆ ਕਿ ਨਹੀਂ, ਧਰਮ ਦੇ ਆਧਾਰ ਤੇ ਨਾਗਰਿਕਤਾ ਨਹੀਂ ਦੇਣੀ। ਜੇ ਸਾਡੀ ਕੌਂਸਟੀਟਿਊਂਟ ਅਸੈਂਬਲੀ ਦੇ ਵਿੱਚ ਬਹਿਸਾਂ ਦੇ ਵਿੱਚ ਆ ਚੁੱਕਿਆ ਕਿ ਧਰਮ ਦੇ ਆਧਾਰ ਤੇ ਨਾਗਰਿਕਤਾ ਨਹੀਂ ਦੇਣੀ, ਜੇ ਸਾਡੇ ਸੰਵਿਧਾਨ ਦੇ ਵਿੱਚ
ਧਰਮ ਦੇ ਆਧਾਰ ਕੇ ਨਾਗਰਿਕਤਾ ਨਹੀਂ ਦਿੱਤੀ ਜਾ ਸਕਦੀ ਤੇ ਨਾ ਹੀ ਰੱਦ ਕਰੀ ਜਾ ਸਕਦੀ ਹੈ, ਤਾਂ ਇਹ ਜਿਹੜੀ ਸੀਏ ਅਮੈਂਡਮੈਂਟ ਹੈ 1955 ਦੇ ਐਕਟ ਦੀ, ਇਹ ਅਮੈਂਡਮੈਂਟ ਸੰਵਿਧਾਨ ਦੇ ਉਲਟ ਹੈ। ਜਿਹੜੀ ਚੀਜ਼ ਸੰਵਿਧਾਨ ਦੇ ਉਲਟ ਹੋਵੇ ਸੂਬਿਆਂ ਨੂੰ ਇਹ ਅਧਿਕਾਰ ਹੈ ਇਹ ਕਹਿਣ ਦਾ, ਕਿਉਂਕਿ ਇਹ ਸੰਵਿਧਾਨ ਦੇ ਉਲਟ ਹੈ ਅਸੀਂ ਨਹੀਂ ਮੰਨਦੇ। ਸੋ ਇਸ ਕਰਕੇ ਸੂਬੇ ਕਹਿ ਸਕਦੇ ਨੇ, ਅੱਗੇ ਸੁਪਰੀਮ ਕੋਰਟ ਜੋ ਫੈਸਲਾ ਕਰੇਗੀ ਦੇਖਿਆ ਜਾਏਗਾ, ਪਰ ਸੂਬਿਆਂ ਨੂੰ ਰਾਈਟ ਹੈ। ਜੇ ਮੈਨੂੰ ਮਾਈਕਲ ਲਾਈਨ ਚ ਕਹਿਣਾ, ਮੈਨੂੰ ਮੇਰਾ ਕੋਈ ਸੀਨੀਅਰ ਕਹੇ ਵੀ ਇਸ ਨੂੰ ਜ਼ਹਿਰ ਦੇ ਕੇ ਮਾਰ ਦੋ, ਯਾਨੀ ਕਿ ਡੋਜ਼ ਵੱਧ ਦੇ ਕੇ ਮਾਰ ਦੋ ਓਪੀਐਮ ਦੀ, ਤਾਂ ਮੈਂ ਕਹਾਂਗਾ ਇਹ ਉਹ ਲਿਖ ਕੇ ਵੀ ਆਰਡਰ ਕਰ ਦੇ, ਮੈਂ ਕਹਾਂ ਨਹੀਂ ਇਹ ਆਰਡਰ ਗਲਤ ਹੈ, ਮੈਂ ਨਹੀਂ ਮੰਨਦਾ। ਸੋ ਇਸ ਕਰਕੇ ਇਹ ਗਲਤ ਹੈ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਹਾਂ। ਇੱਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੇ ਵਿਚਾਰ ਚਰਚਾ ਜਾਰੀ ਹੈ। ਪੰਜਾਬ ਸਰਕਾਰ ਨੇ ਕਹਿ ਦਿੱਤਾ ਹੈ ਕਿ ਇਹ ਕਾਨੂੰਨ ਅਸੀਂ ਨਹੀਂ ਲਾਗੂ ਕਰਾਂਗੇ ਔਰ ਇਸ ਦੀ ਵਧੇਰੇ ਚਰਚਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਰਾਂਗੇ। ਸਰੀਨ ਸਾਹਿਬ, ਜਿਹੜੀ ਗੱਲ ਜਾਂ ਜਿਹੜਾ ਕਾਨੂੰਨ ਸੰਵਿਧਾਨ ਦੇ ਉਲਟ ਹੈ, ਉਦੋਂ ਫਿਰ ਸੂਬਾ ਸਰਕਾਰਾਂ ਦਾ ਇਹ ਅਧਿਕਾਰ ਹੈ ਕਿ ਉਸ ਨੂੰ ਮੰਨਣਾ ਜਾਂ ਨਾ ਮੰਨਣਾ, ਇਹ ਉਹਨਾਂ ਦਾ ਅਧਿਕਾਰ ਖੇਤਰ ਹੈ। ਹਰਪ੍ਰੀਤ ਜੀ ਮੈਂ ਸਿਰਫ 2 ਮਿੰਟ ਦੇ ਦੇਣਾ। ਹਾਂਜੀ ਹਾਂਜੀ, ਬੋਲੋ ਬੋਲੋ। ਪਹਿਲੀ ਗੱਲ ਤੇ ਮੈਂ ਇਹ ਬੜਾ ਕਲੀਅਰ ਕਰ ਦਿਆਂ ਕਿ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ, ਇਹ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ ਇਹ ਹਿੰਦੁਸਤਾਨ ਦੇ ਸਿਟੀਜ਼ਨਸ ਤੇ ਲਾਗੂ ਹੁੰਦਾ ਹੈ, ਠੀਕ ਹੈ ਨਾ। ਫੋਰਨਰਸ ਤੇ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਲਾਗੂ ਨਹੀਂ ਹੁੰਦਾ। ਫਿਰ ਜਿਹੜਾ 1955 ਦਾ ਸਿਟੀਜ਼ਨਸ਼ਿਪ ਐਕਟ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਵੀ ਕੋਈ ਬਾਹਰੋਂ ਸ਼ਰਨਾਰਥੀ ਆਂਦਾ ਹੈਗਾ ਉਹ ਆਪਣੀ ਸਿਟੀਜ਼ਨਸ਼ਿਪ ਅਪਲਾਈ ਕਰਦਾ ਹੈ, ਉਹਦੇ ਤਹਿਤ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਹੈ ਜੀ। ਹੁਣ ਤੱਕ ਜੇ ਕਹਿਣ ਕਿ ਬੀਜੇਪੀ ਨੇ ਆ ਕੇ ਵਿਤਕਰਾ ਕੀਤਾ, 566 ਮੁਸਲਿਮ ਜਿਹੜੇ ਲੋਕ ਨੇ ਉਹਨਾਂ ਨੂੰ ਨਾਗਰਿਕਤਾ ਐਕਟ ਦੇ ਤਹਿਤ ਅਸੀਂ ਨਾਗਰਿਕਤਾ ਦਿੱਤੀ ਹੈ ਸਾਡੇ ਆਪਣੇ ਮੋਦੀ ਗਵਰਨਮੈਂਟ ਦੇ ਦੌਰਾਨ। ਇਹਦਾ ਇੱਕ ਨਾਗਰਿਕਤਾ ਦਾ ਸਿਸਟਮ ਹੈਗਾ, ਕੋਈ ਵੀ ਆ ਸਕਦਾ, ਕਿਸੇ ਵੀ ਧਰਮ ਦਾ ਆ ਸਕਦਾ, ਉਹ ਆ ਕੇ ਨਾਗਰਿਕਤਾ ਅਪਲਾਈ ਕਰੇਗਾ। ਉਹ ਤੇ ਨਾਗਰਿਕਤਾ ਐਕਟ ਦੇ ਹਿਸਾਬ ਦੇ ਨਾਲ ਸਰਕਾਰ ਫੈਸਲਾ ਲੈਂਦੀ ਹੈ ਹਰ ਇੱਕ ਕੇਸ ਦੇ ਉੱਤੇ ਇੰਡੀਵਿਜੂਅਲੀ। ਜਿੱਥੇ ਤੱਕ ਆ ਅਮੈਂਡਮੈਂਟ ਦੀ ਗੱਲ ਹੈ, ਇਹ 'ਚ ਕਿਸੇ ਵੀ ਤਰ੍ਹਾਂ ਨਾਲ ਸੰਵਿਧਾਨ ਨਾਲ ਕੋਈ ਛੇੜਛਾੜ ਨਹੀਂ ਹੋਈ। ਇਹਦੇ ਵਿੱਚ ਸਿਰਫ ਜਿਹੜੇ ਸਾਡੇ ਪੜੋਸੀ ਦੇਸ਼ ਜਿਹੜੇ ਇਸਲਾਮਿਕ ਕੰਟਰੀਜ਼ ਨੇ, ਉੱਥੇ ਧਰਮ ਦੇ ਆਧਾਰ ਦੇ ਉੱਤੇ ਜਿਹੜੀਆਂ ਹਿੰਦੂ, ਮੁਸਲਿਮ, ਸਿੱਖ, ਈਸਾਈ, ਪਾਰਸੀ, ਬੌਧ ਲੋਕਾਂ ਨਾਲ ਧਾਰਮਿਕ ਆਧਾਰ ਤੇ ਉਤਪੀੜਨ ਹੁੰਦਾ ਸੀਗਾ, ਉੱਥੋਂ ਉਹਨਾਂ ਦੇ ਭੈਣਾਂ ਬੱਚਿਆਂ ਨਾਲ ਜੀ। ਅੱਛਾ ਸਰੀਨ ਸਾਹਿਬ, ਇੱਕ ਗੱਲ ਦੱਸੋ ਨਾ, ਜਿਹੜੇ ਸਾਰੀਆਂ ਤੇਰਾ ਦਾ ਇੱਕ ਸਵਾਲ ਹੈ ਤੁਹਾਡੇ ਤੋਂ ਪੁੱਛ ਲੈਣਾ ਕਿ ਇਸ ਗੱਲ ਦੀ ਸ਼ੋਰਟੀ, ਇਸ ਗੱਲ ਦੀ ਗਾਰੰਟੀ ਹੈ ਕਿ ਮੁਸਲਮਾਨਾਂ ਨਾਲ ਜ਼ੁਲਮ ਨਹੀਂ ਹੁੰਦਾ ਉੱਥੇ? ਕੀ ਤੁਸੀਂ ਇਹ ਲਿਖ ਕੇ ਦਿੰਦੇ ਹੋ ਜਾਂ ਤੁਹਾਨੂੰ ਇਹ ਪਤਾ ਹੈ ਕਿ ਉੱਥੇ ਅਹਿਮਦੀਆਂ ਨਾਲ ਜ਼ੁਲਮ ਨਹੀਂ ਹੁੰਦਾ? ਇਹਨਾਂ ਦਾ ਤਰਕ ਹੈ ਕਿ ਇਸ ਗੱਲ ਨੂੰ ਕੌਣ ਗਾਰੰਟੀ ਕਰੇਗਾ ਕਿ ਸਿਰਫ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ, ਹੋਰ ਕਿਸੇ ਨਾਲ ਹੋ ਹੀ ਨਹੀਂ ਰਿਹਾ? ਨਹੀਂ, ਮੈਂ ਉਹਦਾ ਕੀ ਕਹਿ ਰਿਹਾ, ਮੈਂ ਜਿਹੜੀ ਗੱਲ ਪਹਿਲਾਂ ਕਹੀ ਹੈ, ਜਿਹੜਾ ਆ ਅਮੈਂਡਮੈਂਟ ਹੈਗੀ ਹੈ, ਇਹਦੇ ਨਾਲ ਕਿਸੇ ਦੀ ਨਾਗਰਿਕਤਾ ਲਿੱਤੀ ਨਹੀਂ ਜਾ ਰਹੀ, ਸਿਰਫ ਨਾਗਰਿਕਤਾ ਦੇਣ ਬਾਰੇ ਹੈ ਕਿ ਇਹਨਾਂ 6 ਜਿਹੜੀ ਕਾਸਟ ਦੇ ਆਪਣੇ ਲੋਕ ਨੇ, ਇਹ ਜਿਹੜੇ ਉੱਥੋਂ ਧਾਰਮਿਕ ਉਤਪੀੜਨ ਕਰਕੇ, ਕਿਉਂਕਿ ਉਹ ਇਸਲਾਮਿਕ ਕੰਟਰੀਜ਼ ਨੇ, ਬਹੁ ਗਿਣਤੀ ਉੱਥੇ ਦੀ ਜਿਹੜੀ ਹੈਗੀ ਉਹ ਘੱਟ ਗਿਣਤੀ ਦੇ ਨਾਲ ਵਿਤਕਰਾ ਕਰ ਰਹੀ ਹੈ, ਧੱਕਾ ਕਰ ਰਹੀ ਹੈ, ਤਸ਼ੱਦਦ ਕਰ ਰਹੀ ਹੈ। ਉਹ ਲੋਕ ਜਿਹੜੇ ਉੱਥੋਂ ਚਲੋ ਬਚਾ ਕਿੱਥੇ ਆਏ ਨੇ, ਉਹਨਾਂ ਨਾਗਰਿਕਤਾ ਦੇ ਦਿੱਤੀ। ਦੂਜੀ ਸੁਣ ਲਓ, ਬਹੁਤ ਗਿਣਤੀ ਮੁਲਕ ਦੇ ਵਿੱਚ ਘੱਟ ਗਿਣਤੀ ਤੇ ਜ਼ੁਲਮ ਹੁੰਦਾ, ਇਸ ਕਰਕੇ ਘੱਟ ਗਿਣਤੀ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। ਮੇਰਾ ਅਸਰ ਪਤਾ ਕੀ ਹੋਣਾ ਜੀ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਰ, ਹਰਪ੍ਰੀਤ ਜੀ ਮੇਰੀ ਗੱਲ ਦਾ ਪੂਰਾ ਜਵਾਬ ਲੈ ਲਓ। ਹਰਪ੍ਰੀਤ ਜੀ ਤੁਹਾਡੀ ਗੱਲ ਦਾ ਜਵਾਬ ਪੂਰਾ ਲੈ ਲਓ ਪਹਿਲਾਂ। ਹਰਪ੍ਰੀਤ ਜੀ ਜਿੱਥੇ ਤੱਕ ਉੱਥੇ ਦੇ ਜੇ ਮੁਸਲਿਮ ਵੀ ਆਏ ਨੇ, ਹਿੰਦੁਸਤਾਨ ਨੇ ਉਹਨਾਂ ਨੂੰ ਵੀ ਨਾਗਰਿਕਤਾ ਦਿੱਤੀ ਹੈ। ਜੇ ਸ਼੍ਰੀਲੰਕਾ ਤੋਂ ਤਾਮਿਲ ਆਏ ਸੀ, ਉਹਨਾਂ ਨੂੰ ਨਾਗਰਿਕਤਾ ਦਿੱਤੀ ਹੈ। ਜੇ ਬੰਗਲਾਦੇਸ਼ ਤੋਂ ਆਏ ਸੀ, ਉਹਨਾਂ ਨੂੰ ਨਾਗਰਿਕਤਾ ਦਿੱਤੀ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਕੋਈ ਨਾਗਰਿਕਤਾ ਕਾਨੂੰਨ ਦੇ ਤਹਿਤ ਅਪਲਾਈ ਕਰੇਗਾ, ਚਾਹੇ ਉਹ ਕਿਸੇ ਧਰਮ ਜਾਤੀ ਦਾ ਹੋਵੇ, ਉਹਨੂੰ ਨਾਗਰਿਕਤਾ ਦੇਣ ਦਾ ਇੱਕ ਅਲੱਗ ਪ੍ਰੋਵੀਜ਼ਨ ਹੈਗਾ। ਅੱਛਾ ਚਲੋ, ਹਾਂ ਬੋਲੋ। ਜਵਾਬ ਦੇ ਜਾਂ ਤਾਂ ਉਹਨੂੰ ਪ੍ਰੋਪਰ ਸਮਝ ਨਹੀਂ ਪਾ ਰਹੇ। ਮੇਰਾ ਬੜਾ ਸਿੱਧਾ ਹੈਗਾ ਕਿ ਕਿਸੇ ਵੀ ਧਰਮ ਦੇ ਆਧਾਰ ਤੇ ਉਤਪੀੜਨ ਨਹੀਂ ਹੈਗਾ। ਇਹ ਜਿਹੜਾ ਹੈਗਾ, ਇਹ ਇਹਨਾਂ ਦੀ ਇੱਕ ਸ਼ੁਰੂਆਤ ਹੈਗਾ ਜੀ। ਇਹਦੇ ਜਿਹੜੇ ਮਾੜੇ ਅਸਰਾਤ ਉਦੋਂ ਹੋਣਗੇ ਜਦੋਂ ਇਹਨੂੰ NRC ਨਾਲ ਜੋੜਿਆ ਜਾਏਗਾ, ਜੋ ਕਿ ਜੋੜਨ ਜਾ ਰਹੇ ਨੇ। ਇਹ NRC ਨਾਲ ਜੋੜ ਕੇ ਅਸਾਮ ਦੇ ਵਿੱਚ ਤਕਰੀਬਨ 20 ਲੱਖ ਲੋਕਾਂ ਨੇ ਉਹਨਾਂ ਨੂੰ ਉਹ ਕਰਤਾ, ਕਰਾਰ ਦਿੱਤਾ ਕਿ ਇੱਥੇ ਗਲਤ ਨੇ, ਇਲੀਗਲ ਨੇ। ਉਹਦੇ ਵਿੱਚੋਂ ਜਿਹੜੇ ਇਹ ਹਿੰਦੂਆਂ ਨੂੰ ਉੱਥੋਂ ਰੱਖਣਾ ਚਾਹੁੰਦੇ, ਕਿਉਂ ਆਇਆ ਇਹ? ਕਿਉਂ ਆਇਆ? ਬੰਗਲਾਦੇਸ਼ ਤੇ ਅਸਾਮ ਦੇ ਵਿੱਚ ਇਹ ਹਿੰਦੂ ਕਮਿਊਨਿਟੀ ਜਿਹੜੇ ਬੰਗਲਾਦੇਸ਼ ਤੋਂ ਆਈਆਂ ਨੇ, ਉਹਨਾਂ ਨੂੰ ਉੱਥੇ ਰੱਖਣਾ ਚਾਹੁੰਦੇ, ਜੋ ਟੋਟਲ ਕੇ 70 ਲੱਖ ਬਣਦੇ ਨੇ ਆਪਣਾ ਉੱਥੇ ਕਬਜ਼ਾ ਕਰਨ ਵਾਸਤੇ। ਤਾਂ ਇਸ CAA ਨੂੰ
NRC ਨਾਲ ਜੋੜ ਕੇ ਜਿੱਥੇ ਉੱਥੇ ਜੋੜਿਆ ਗਿਆ ਹੁਣ ਸਾਹਮਣੇ ਠੀਕ ਹੈ ਉਹਨੂੰ ਸਵੈਚ ਸਾਹਿਬ- ਜੋੜ ਕੇ ਸਵੈਚ ਸਾਹਿਬ ਕੁਛ ਇੱਕ ਖਤਰਨਾਕ ਖੇਡ ਖੇਡ ਸਵਾਲ ਰਹੇ ਤਾਂ ਨੇ ਤੁਹਾਡੀ ਸਰਕਾਰ ਤੇ ਵੀ ਤੁਸੀਂ ਦੇਖਿਆ ਰਪਿੰਦਰ ਤੁਹਾਡੀ ਸਰਕਾਰ ਤੇ ਵੀ ਕੱਲ੍ਹ ਸਵਾਲ ਇਹ ਤੁਹਾਨੂੰ ਚੁੱਕਦੇ ਪੁੱਛਣਗੇ ਲੋਕ। ਤੁਹਾਨੂੰ ਪੁੱਛਣਗੇ ਅੱਛਾ, ਕਿ ਚਲੋ ਡਾਕੂਮੈਂਟ ਦਿਖਾਓ ਹਾਂ, ਤੁਹਾਡਾ ਠੀਕ ਹੈ। ਪਿਓ ਕਿੱਥੇ ਜੰਮਿਆ ਸੀਗਾ ਠੀਕ ਹੈ, ਮੈਨੂੰ ਆਪਾਂ ਪੁੱਛਣਗੇ ਉਸ issue ਤੇ ਕਿ ਆਉਣਾ ਮੇਰਾ ਮੈਂ। ਪਿਓ ਕਿੱਥੇ ਸੀਗਾ ਮੈਂ ਉਸ issue ਕਦੋਂ ਤੇ ਜੰਮਿਆ ਆਉਣਾ। ਸੀਗਾ ਸਵੈਚ ਸਾਹਿਬ- ਇਹ ਸਾਨੂੰ ਪੁੱਛਣਗੇ ਸਵੈਚ ਇਹ ਸਾਹਿਬ- ਧਾਰੀ ਨੂੰ ਪੁੱਛਣਗੇ ਬਿਲਕੁਲ ਝੂਠ ਬੋਲ ਰਹੇ ਹੋ। ਇਹ ਤੁਹਾਡਾ ਤੁਸੀਂ ਗੁੰਮਰਾਹ ਕਰ ਰਹੇ ਹੋ ਪਿਓ ਲੋਕਾਂ ਨੂੰ। ਕਿੱਥੇ ਜੰਮਿਆ ਤੁਸੀਂ ਸੀਗਾ ਝੂਠ ਬੋਲ ਰਹੇ ਦਿਖਾਓ ਹੋ। ਡਾਕੂਮੈਂਟ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਦੇਸ਼ ਦੇ ਵਿੱਚ ਚਲੋ, ਰਹਿਣ ਵਾਲਾ ਕੋਈ ਵੀ ਨਾਗਰਿਕ ਉਹਦੇ ਤੇ ਕੋਈ ਪ੍ਰਸ਼ਨ ਨਹੀਂ ਉੱਠਿਆ ਜਾਏਗਾ। ਮੇਰਾ ਇੱਕ ਸਵਾਲ ਹੋਰ ਵੀ ਹੈ। ਕਿਸੇ ਤਰ੍ਹਾਂ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਨਾਗਰਿਕਤਾ ਦੇਣ ਦਾ ਕਾਨੂੰਨ ਹੈ, ਖਰੀਦਣ ਦਾ ਨਹੀਂਗਾ। ਠੀਕ ਹੈ ਸਰੀਨ ਸਾਹਿਬ ਇੱਕ ਬੇਨਤੀ ਇਹ ਕਰਦਾ ਵੀ ਜਿਹੜਾ ਸਰੀਨ ਸਾਹਿਬ ਨੇ ਕਿਹਾ ਹੈ ਇਹ ਗਲਤ ਬਿਆਨੀ ਹੈ। ਕਿਵੇਂ ਹੈ? 100% ਇੱਕ ਮਿੰਟ ਪਲੀਜ਼ ਲੈਟ ਮੀ ਕੰਪਲੀਟ। ਡੋਂਟ ਇੰਟਰਫੇਅਰ। ਨਹੀਂ ਮੈਂ ਨਹੀਂ ਜੀ ਜੀ ਬੋਲੋ। ਇਹ ਕਹਿੰਦੇ ਵੀ ਸੰਵਿਧਾਨ ਹਿੰਦੁਸਤਾਨ ਦੇ ਨਾਗਰਿਕਾਂ ਵਾਸਤੇ ਹੈ। ਧਾਰਾ 5 ਦੇ ਵਿੱਚ ਵਰਡ ਨਾਗਰਿਕ ਨਹੀਂ ਲਿਖਿਆ, ਉੱਤੇ ਪਰਸਨ ਲਿਖਿਆ ਹੈ। ਐਨੀ ਪਰਸਨ। ਸੋ ਪਰਸਨ ਤੇ ਨਾਗਰਿਕ ਨੂੰ ਡਿਫਾਈਨ ਕਰੇਗਾ ਕਨਸਟੀਟਿਊਸ਼ਨ ਚ। ਸੋ 5 6 7 8 9 10 11 12 14 ਇੱਥੇ ਪਰਸਨ ਲਿਖਿਆ, ਇਸੇ ਸਿਟੀਜ਼ਨ ਨਹੀਂ ਲਿਖਿਆ ਲਫ਼ਜ਼। ਸੋ ਇਸ ਕਰਕੇ ਇਹ ਗਲਤ ਬਿਆਨੀ ਕਰ ਰਹੇ ਨੇ। ਇਹ ਪਰਸਨ ਹੈ। ਪਰਸਨ ਮੀਨ ਪਰਸਨ ਦਾ ਮਤਲਬ ਕੀ ਨਹੀਂ ਜੀ? ਅਸੈਂਬਲੀ ਚ ਡਿਸਕਸ ਹੋਇਆ ਹੈ ਕਿ ਜੀ ਇੱਕ ਬੰਦਾ ਹਵਾਈ ਜਹਾਜ਼ ਜਾ ਰਿਹਾ ਹੈ। ਸੁਣ ਲਓ, ਇੱਕ ਬੰਦਾ ਹਵਾਈ ਜਹਾਜ਼ ਜਾ ਰਿਹਾ, ਉੱਥੇ ਡਿਲੀਵਰੀ ਹੋ ਗਈ। ਉੱਥੇ ਡਿਸਕਸ ਹੋਇਆ ਕਿ ਉੱਥੇ ਡਿਲੀਵਰੀ ਹੋ ਗਈ ਤੇ ਤੁਸੀਂ ਉਹਦਾ ਪਰਸਨ ਦਾ ਉਹ ਨਹੀਂ ਬਣ ਗਿਆ। ਇਹ ਚਰਚਾ ਹੋ ਗਿਆ। ਚਲੋ ਹੁਣ ਆਪਾਂ ਐਵੇਂ ਵੇਗ ਗੱਲਾਂ ਨਾ ਕਰੀਏ, ਆਪਾਂ ਤਰਕ ਕਰੀਏ। ਸਵੈਚ ਸਾਹਿਬ ਆਪਾਂ ਟੈਕਨੀਕਲ ਗੱਲਾਂ ਕਰੀਏ। ਸਵੈਚ ਸਾਹਿਬ ਇੱਕ ਸਵਾਲ ਜਿਹੜੇ ਅਫਗਾਨੀ ਸਿੱਖ ਪੰਜਾਬ ਦੇ ਵਿੱਚ ਰਹਿੰਦੇ ਨੇ ਉਹ ਤੁਹਾਡੇ ਤੋਂ ਵੀ ਸਵਾਲ ਪੁੱਛਦੇ ਨੇ ਕਿ ਸਾਡਾ ਕੀ ਕਸੂਰ ਹੈ? ਤੁਸੀਂ ਇਸ ਐਕਟ ਦੀ ਤੁਸੀਂ ਇਸ ਐਕਟ ਦੀ ਖਿਲਾਫਤ ਕਰਕੇ ਉਹਨਾਂ ਦੇ ਅਧਿਕਾਰਾਂ ਨੂੰ ਖਤਮ ਕਰ ਰਹੇ ਹੋ ਨਾ। ਉਹਨਾਂ ਦੇ ਅਧਿਕਾਰਾਂ ਨੂੰ ਵੀ ਤਾਂ ਖਤਮ ਕਰ ਰਹੇ ਹੋ ਸਿਰਫ ਕਿ ਇਹਨੂੰ ਧਰਮ ਨਿਰਪੱਖ ਬਣਾਓ। ਅਸੀਂ ਨੇ ਕਿਹਾ ਸਿੱਖਾਂ ਨਾਲ ਲੈ ਕੇ ਨਾ ਇਸ ਕਾਨੂੰਨ ਨੂੰ ਤੁਸੀਂ ਲਾਗੂ ਨਹੀਂ ਕਰੋਗੇ ਪੰਜਾਬ ਦੇ ਵਿੱਚ। ਇਹ ਕਹਿ ਰਹੇ ਹੋ ਨਾ ਕਿ ਪੰਜਾਬ ਤੁਸੀਂ ਕਾਨੂੰਨ ਲਾਗੂ ਨਹੀਂ ਕਰਾਂਗੇ। ਬਿਲਕੁਲ ਕਰਾਂਗੇ, ਲੇਕਿਨ ਧਰਮ ਨਿਰਪੱਖ ਬਣਾ ਦਿਓ ਉਹਨੂੰ। ਮੈਂ ਉਹੀ ਕਹਿ ਰਿਹਾ ਨਾ, ਫਿਲਹਾਲ ਜਿਹੜਾ ਇਹ ਰੂਪ ਹੈ, ਜਿਹੜਾ ਇਹ ਫਿਲਹਾਲ ਰੂਪ ਹੈ, ਇਹਨੂੰ ਤੁਸੀਂ ਨਹੀਂ ਲਾਗੂ ਹੋਣ ਦਿਆਂਗੇ, ਲਾਗੂ ਨਹੀਂ ਹੋਣ ਦੋਗੇ। ਮੈਂ ਉਹੀ ਕਹਿ ਰਿਹਾ ਜਿਸ ਕਰਕੇ ਅਸੀਂ ਬਿਲਕੁਲ ਨਹੀਂ। ਅਸੀਂ ਕਹਿੰਦੇ ਆ ਜਿਹੜੇ ਸ਼ਰਨਾਰਥੀ ਹਿੰਦੂ ਨੇ ਚਾਹੇ ਸਿੱਖ ਨੇ ਬਾਕੀ ਦੇਸ਼ਾਂ ਦੇ ਵਿੱਚ ਚਾਹੇ ਉਹ ਮੁਸਲਮਾਨ ਨੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ, ਜਿਹੜਾ ਹਿੰਦੁਸਤਾਨ ਸ਼ਰਨ ਲੈਣ ਆਉਂਦਾ ਉਹਦੇ ਡਾਕੂਮੈਂਟ ਚੈੱਕ ਕਰਕੇ ਉਹਨੂੰ ਸ਼ਰਨ ਦਿਓ। ਅਸੀਂ ਕਦੇ ਇਤਰਾਜ਼ ਨਹੀਂ ਕੀਤਾ। ਸਾਨੂੰ ਇਤਰਾਜ਼ ਇਹ ਹੈ ਜਿਹੜਾ ਇਹ ਧਰਮ ਦਾ ਸਿਰਫ ਧਰਮ ਦਾ ਆਧਾਰ ਬਣਾਇਆ। ਠੀਕ ਹੈ ਹੁਣ ਮੈਂ ਰਿਪਲਾਈ ਲੈ ਤਾਰਨੀ ਸਾਹਿਬ ਬੋਲੋ ਜੀ। ਦੇਖੋ ਜੀ ਗੱਲ ਇਹ ਹੈਗੀ ਆ ਵੀ ਜਿਹੜਾ ਸਵੈਚ ਸਾਹਿਬ ਬੋਲਣ ਦੀ ਕੋਸ਼ਿਸ਼ ਕਰਦੇ ਹੈਗੇ ਆ ਨਾ, ਇਹ ਗੱਲਾਂ ਬਿਲਕੁਲ ਹੀ ਨਿਰ ਆਧਾਰ ਹੈਗੀਆਂ। ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈਗਾ। ਗੱਲ ਦੋ ਕੁਐਸਚਨ ਅਰਾਈਜ਼ ਹੁੰਦੇ ਆ, ਕੀ ਮੁਹੰਮਡਨਸ ਨੂੰ ਵਿੱਚ ਪਾਉਣ ਤੋਂ ਬਾਅਦ ਕੀ ਇਹ ਸਾਰਾ ਕੁਝ ਠੀਕ ਹੈ ਜਾਂ ਨਹੀਂ। ਦੂਜੀ ਗੱਲ ਜਿਹੜੀ ਗਰਗ ਸਾਹਿਬ ਨੇ ਗੱਲ ਕੀਤੀ ਹੈਗੀ ਆ, ਉਹ ਗੱਲ ਇਹਨਾਂ ਨੇ ਜਿਹੜੀ ਕੀਤੀ ਹੈ, ਚਾਹੇ ਪਰਸਨ ਹੈ ਚਾਹੇ ਨਾਗਰਿਕ ਹੈਗਾ, ਵਰਡ ਇਹ ਨਹੀਂ ਹੈਗਾ। ਵਰਡ ਇਹ ਹੈਗਾ ਉਹ ਕਨਸਟੀਟਿਊਸ਼ਨ ਇਜ਼ ਫॉर ਦਾ ਪੀਪਲਸ ਆਫ ਦਾ ਇੰਡੀਆ। ਜੋ ਹਿੰਦੁਸਤਾਨ ਦੇ ਨਾਗਰਿਕ ਹੈਗੇ ਆ ਉਹਨਾਂ ਲਈ ਕਨਸਟੀਟਿਊਸ਼ਨ ਹੈਗਾ। ਉਸ ਕਨਸਟੀਟਿਊਸ਼ਨ ਹਰ ਕੰਟਰੀ ਦੀ ਜਿਹੜੀ ਹੈਗੀ ਹੈ ਸਿਟੀਜ਼ਨਸ਼ਿਪ ਐਕਟ ਬਣਦਾ ਹੈਗਾ, ਉਹਦੇ ਮੁਤਾਬਕ ਉਹਨਾਂ ਦੇ ਆਪਣੇ ਰੂਲਸ ਐਂਡ ਰੈਗੂਲੇਸ਼ਨ ਹੈਗੇ ਆ। ਉਹ ਕਿਸੇ ਨੂੰ ਨਾਗਰਿਕਤਾ ਦੇਣ ਜਾਂ ਨਾ ਦੇਣ, ਇਹ ਉਹਨਾਂ ਦੀ ਆਪਣੀ ਉਹ ਹੈਗੀ ਹੈ। ਤੁਸੀਂ ਕਿਉਂ ਫੋਰਸ ਕਰਕੇ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਲੋਕ ਜਿਹੜੇ ਹਿੰਦੁਸਤਾਨ ਦੇ ਖਿਲਾਫ ਜ਼ਹਿਰ ਉਗਲਦੇ ਹੈਗੇ ਆ, ਠੀਕ ਹੈ ਨਹੀਂ, ਉਹਨਾਂ ਲੋਕਾਂ ਲਈ ਤੁਸੀਂ ਜਿਹੜਾ ਹੈਗਾ ਤੁਸੀਂ ਉਹਨਾਂ ਨੂੰ ਵਿੱਚ ਫੇਰ ਉਹ ਕਰਨਾ ਚਾਹੁੰਦੇ ਆ। ਪਰ ਫਿਰ ਵੀ ਮੈਂ ਇਹ ਗੱਲ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਗੱਲ ਲਈ ਸਟੈਂਡ ਹੈਗਾ ਕਿ ਜੇ ਉਹਨਾਂ ਦਾ ਵੀ ਨਾਂ ਜਿਹੜੇ ਜੈਨੂਅਨ ਹੈਗੇ ਆ ਉਹਨਾਂ ਨੂੰ ਜੇ ਨਾਗਰਿਕਤਾ ਦੇ ਦਿੱਤੀ ਜਾਵੇ ਤਾਂ ਹੋਰ ਅਦਰਵਾਈਜ਼ ਐਕਟ ਦੇ ਵਿੱਚ ਕੋਈ ਖਾਮੀ ਨਹੀਂ ਹੈਗੀ। ਐਕਟ ਬਕਾਇਦਾ ਜਿਹੜਾ ਹੈਗਾ ਬਹੁਤ ਸੰਮਤੀ ਦੇ ਨਾਲ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਹੈਗਾ। ਵਿਧਾਨ ਸਭਾ ਦੇ ਵਿੱਚ ਇਹਨਾਂ ਕੋਲ ਵਿਧਾਨ ਸਭਾ 'ਚ ਇਸ ਮਸਲੇ ਨੂੰ ਲੈ ਕੇ ਜਾਣ ਨੂੰ ਤੁਸੀਂ ਸਿਰਫ ਰਾਜਨੀਤੀ ਅੱਖ ਨਾਲ ਦੇਖਦੇ ਹੋ? ਬਿਲਕੁਲ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਪਹਿਲਾਂ ਮੋਟਰ ਵਹੀਕਲ ਐਕਟ ਤੇ ਇਹਨਾਂ ਨੇ ਰਾਜਨੀਤੀ ਕੀਤੀ ਸੀ, ਉਹ ਕਿੱਥੇ ਗਈ? ਮੈਨੂੰ ਉਹਦਾ ਜਵਾਬ ਦੇ ਦੇਣ ਇਹ ਜਿਹੜਾ ਹੈਗਾ ਕਿਉਂ ਇਹਨਾਂ ਨੇ ਪਹਿਲਾਂ ਉਹਨੂੰ ਰਿਫਿਊਜ਼ ਕੀਤਾ, ਕਿਉਂ ਉਹਨੂੰ ਹੂਬਹੂ ਇਹਨਾਂ ਨੇ ਲਾਗੂ ਕੀਤਾ। ਇਹ ਗੱਲਾਂ ਕਰਦੇ ਹੈਗੇ ਔਰ ਇਹਨਾਂ ਕੋਲ ਜਿਹੜਾ ਰਾਈਟ ਹੀ ਨਹੀਂ ਹੈਗਾ। ਦੇਖੋ ਮੈਂ ਹੁਣ ਤੁਹਾਨੂੰ ਸਿੱਧਾ ਰਸਤਾ ਦੱਸਦਾ ਹੈਗਾ ਜੀ। ਕੇਰਲਾ ਨੇ ਇੱਕ ਪਟੀਸ਼ਨ ਫਾਈਲ ਕੀਤੀ ਆ, ਰਿਟ ਫਾਈਲ ਕੀਤੀ ਆ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ। ਉਹਨਾਂ ਨੇ ਆਰਟੀਕਲ 32 ਦੇ ਵਿੱਚ ਜਿਹੜਾ ਹੈਗਾ ਇਹਨੂੰ ਸਾਰੇ ਕਾਸੇ ਚੈਲੰਜ ਕੀਤਾ। 131 ਹੈ, 131 ਦਾਵਾ ਹੁੰਦਾ ਬੇਸਿਕ ਦਾਵਾ ਜੋ ਪੈਟਰੋਲ ਕੋਲ ਉਹਨਾਂ ਨੇ ਫਾਈਲ ਕੀਤਾ ਹੈਗਾ। ਉਸ ਦੇ ਮੁਤਾਬਕ ਉਹਨਾਂ ਨੇ ਕਿਹਾ ਹੈਗਾ ਕਿ ਇਹ ਜਿਹੜਾ ਅਮੈਂਡਮੈਂਟ ਹੋਈ ਹੈਗੀ ਆ ਇਲੀਗਲ ਹੋਈ ਹੈਗੀ ਆ।
ਇਹ ਤਾਂ ਦਿਸ ਇਜ਼ ਦਾ ਵੇ ਐਂਡ ਦਿਸ ਇਜ਼ ਦਾ ਪ੍ਰੋਸੀਜਰ। ਇਹ ਕਿਹਾ ਹੋਇਆ ਵਿਧਾਨ ਸਭਾ ਕੀ ਕਰੂਗੀ? ਹਰ ਸਟੇਜ ਤੇ ਵਿਰੋਧ ਕਰਾਂਗੇ, ਬਿਲਕੁਲ ਹਰ ਨਹੀਂ ਸਟੇਜ ਤੇ ਵਿਰੋਧ ਕਰਾਂਗੇ। ਕਰੋ ਤੁਸੀਂ ਅਸੀਂ ਤੁਹਾਨੂੰ ਵਿਧਾਨ ਸਭਾ ਦੇਖੋ ਦੇ ਵਿੱਚ ਗੱਲ ਇਹ ਹੈ ਜੀ, ਅਸਲ ਗੱਲ ਹੁਣ ਪਰ ਮੈਂ ਆਉਣਾ ਐਮਐਲਏ ਹੁੰਦੇ ਨੇ ਲੋਕਾਂ ਦੀ ਆਵਾਜ਼। ਨਹੀਂ ਮੈਂ ਦੱਸਦਾ ਨਹੀਂ ਹੁਣ ਤੁਸੀਂ ਹਰ ਗੱਲ ਪਰ ਬੋਲੋ ਨਾ ਇਸ ਤਰ੍ਹਾਂ ਬੋਲਣ ਦਾ ਕੋਈ ਮਤਲਬ ਨਹੀਂ ਹੈਗਾ ਤੁਹਾਨੂੰ। ਅਸੀਂ ਵਿਰੋਧ ਕਰ ਰਹੇ ਹਾਂ। ਹਾਂਜੀ ਬੋਲੋ ਜਲਦੀ ਬੋਲੋ। ਤੁਸੀਂ ਹਰੇਕ ਗੱਲ ਦੇ ਵਿੱਚ ਸੋਚ ਸਾਹਿਬ ਇੱਕ ਮਿੰਟ ਜੀ, ਇੱਕ ਮਿੰਟ ਸੋਚ ਸਾਹਿਬ ਇੱਕ ਮਿੰਟ ਸਰ, ਤੁਹਾਡੇ ਕੋਲ ਜੁਡੀਕਸ਼ਨ ਹੀ ਹੈ ਨਹੀਂਗੀ। ਇੱਕ ਮਿੰਟ ਸਰ, ਵਿਧਾਨ ਸਭਾ 'ਚ ਲੈ ਕੇ ਜਾਣ ਦੀ ਜੁਡੀਕਸ਼ਨ ਹੀ ਹੈ ਨਹੀਂਗੀ। ਤੁਸੀਂ ਅਸੰਵਿਧਾਨਿਕ ਗੱਲ ਕਰ ਰਹੇ ਹੋ। ਜਦੋਂ ਲੋਕ ਵਿਰੋਧ ਕਰਦੇ ਹੈ, ਸੰਵਿਧਾਨ ਲੋਕਾਂ ਨੇ ਬਣਾਇਆ, ਤੁਸੀਂ ਨਹੀਂ ਬਣਾਇਆ ਆਰਐਸਐਸ ਵਾਲਿਓ, ਸੰਵਿਧਾਨ ਲੋਕਾਂ ਨੇ ਬਣਾਇਆ। ਜਦੋਂ ਲੋਕ ਵਿਰੋਧ ਕਰਨਗੇ ਤੁਹਾਡਾ ਕਾਨੂੰਨ ਲਾਗੂ ਨਹੀਂ ਹੋਏਗਾ। ਅੱਜ ਲੋਕ ਵਿਰੋਧ ਕਰ ਰਹੇ ਨੇ, ਇਹ ਸੈਂਟਰ ਦਾ ਸਬਜੈਕਟ ਹੈ, ਤੁਹਾਡੇ ਕੋਲ ਤਾਂ ਪਾਵਰ ਹੀ ਹੈ ਨਹੀਂਗੀ। ਪੂਰਾ ਹਿੰਦੁਸਤਾਨ ਤੁਸੀਂ ਸਿਰਫ ਰਾਜਨੀਤੀ ਕਰ ਰਹੇ ਹੋ। ਤੁਸੀਂ ਸਿਰਫ ਰਾਜਨੀਤੀ ਕਰ ਰਹੇ ਹੋ। ਕੀ ਕਰਕੇ ਆਪਾਂ ਸਾਰਾ ਕੁਝ ਇਦਾਂ ਪਤਾ ਲੱਗਦਾ। ਪੁੱਠਾ ਮੋੜਾ ਨਹੀਂ ਦੇ ਸਕਦੇ ਹੋ। ਇੱਕ ਮਿੰਟ ਸਵੈਚ ਸਾਹਿਬ, ਤੁਹਾਡੇ ਖਿਲਾਫ ਬੋਲਦਾ, ਸਵੈਚ ਸਾਹਿਬ ਇੱਕ ਮਿੰਟ ਆਇਆ ਨਾ, ਗਦਾਰ ਕਹਿੰਦੇ ਹੋ। ਮੈਂ ਇੱਕ ਮਿੰਟ ਆਇਆ ਸਵੈਚ ਸਾਹਿਬ, ਸਵੈਚ ਸਾਹਿਬ ਇੱਕ ਮਿੰਟ ਕੀ ਕਰਕੇ ਬੋਲ ਤੁਸੀਂ ਗਲਤ ਬਿਆਨੀ ਕਰ ਰਹੇ ਹੋ। ਬੋਲੋ ਤੁਸੀਂ ਗਲਤ ਬਿਆਨੀ ਕਰ ਰਹੇ ਹੋ। ਗੱਲ ਇਹ ਹੈਗੀ ਹੈ ਜੀ, ਪੂਰਾ ਦੇਸ਼ ਤੁਹਾਨੂੰ ਕਦੀ ਮਾਫ ਨਹੀਂ ਕਰੇਗਾ। ਦੇ ਵਿੱਚ ਕਾਂਗਰਸ ਹੈ ਜਿਹੜੀ ਆਪਣੀ ਜ਼ਮੀਨ ਖੋ ਬੈਠੀ ਹੈ। ਇਹ ਜਿਹੜੀ ਹੈਗੀ ਆ ਆਪਣੀ ਖੋਈ ਹੋਈ ਜ਼ਮੀਨ ਨੂੰ ਇਹ ਕਦੇ ਇਹ ਜਿਹੜਾ ਹੈਗਾ ਮੁਹੰਮਡਨਸ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਆ, ਕਦੇ ਸਟੂਡੈਂਟਸ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਆ, ਕਦੇ ਲੈਫਟਿਸਟ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਨੂੰ ਇੱਕ ਬੰਦਾ ਜਿਹੜਾ ਹੈਗਾ ਆਪਣੀ ਸਟੇਟਮੈਂਟ ਜਿਹੜੀ ਹੈਗੀ ਹੈ ਇਹ ਦੱਸੇ ਵੀ CAA ਤੇ ਇਹਨਾਂ ਦਾ ਵਿਰੋਧ ਕੀ ਹੈਗਾ। ਮੈਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਚੈਨਲਾਂ ਰਾਹੀਂ ਦੇਖਿਆ ਕਿ ਜਿਹੜੇ ਲੋਕਾਂ ਨੂੰ ਇਹ ਇਕੱਠੇ ਕਰਕੇ ਲੈ ਕੇ ਗਏ ਸੀ ਉਹਨਾਂ ਨੂੰ ਪੁੱਛਿਆ ਗਿਆ, ਕੁਐਸਚਨ ਕੀਤੇ ਗਏ ਕਿ ਜੀ ਤੁਸੀਂ ਕਾਹਦੇ ਲਈ ਆਏ ਆ? ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ। ਤੁਸੀਂ ਹੋਰ ਕੀ ਕਰਨਾ ਆ? ਸਾਨੂੰ ਤਾਂ ਜੀ ਉਹ ਕਹਿੰਦੇ ਰਾਹੁਲ ਗਾਂਧੀ ਦਿਖਾਉਣਾ ਹੈ ਤੁਹਾਨੂੰ। ਮਤਲਬ ਜ਼ਮੀਨ ਖੋ ਚੁੱਕੀ ਆ ਕਾਂਗਰਸ, ਸਾਰੇ ਹਿੰਦੁਸਤਾਨ ਦੇ ਵਿੱਚ ਜ਼ਮੀਨ ਖੋ ਚੁੱਕੀ ਆ। ਕਦੇ ਲੈਫਟਿਸਟ ਨੂੰ ਇਕੱਠੇ ਕਰਦੀ ਆ, ਕਦੇ ਕਿਸੇ ਹੋਰ ਨੂੰ ਇਕੱਠੇ ਕਰਦੀ ਆ। ਅਸਲੀ ਗੱਲ ਇਹ ਹੈਗੀ ਆ, ਮੁੱਦੇ ਦੀ ਗੱਲ ਇਹ ਹੈਗੀ ਆ। ਜੇ ਕੋਈ ਦੇਖੋ ਮੇਰੀ ਗੱਲ ਸੁਣੋ, ਮੈਂ ਇਹਨਾਂ ਨੂੰ ਕੁਐਸਚਨ ਕਰਦਾ, ਜੇ ਕੋਈ ਅਮੈਂਡਮੈਂਟ ਹੁੰਦੀ ਆ ਜਾਂ ਜੇ ਕੋਈ ਜਿਹੜਾ ਹੈਗਾ ਲਾ ਬਣਦਾ ਹੈਗਾ ਉਸ ਦਾ ਪ੍ਰੋਸੀਜਰ ਕੀ ਹੈਗਾ ਉਹਨੂੰ ਨਾਲ ਮਤਲਬ ਜਿਹੜਾ ਹੈਗਾ ਨਲੀਫਾਈ ਕਰਾਉਣਾ। ਉਹ ਰਾਜ ਸਭਾ ਲੋਕ ਸਭਾ ਵਿੱਚ ਪਾਸ ਕਰਨਾ ਉਹ ਕਾਨੂੰਨ ਬਣ ਗਿਆ। ਜਦੋਂ ਸੰਵਿਧਾਨ ਦੇ ਖਿਲਾਫ ਕੋਈ ਕਾਨੂੰਨ ਪਾਸ ਹੋਏਗਾ, ਜਦੋਂ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਹੋਏਗੀ, ਉਹਦਾ ਵਿਰੋਧ ਸੜਕਾਂ ਤੇ ਵੀ ਹੋਏਗਾ, ਉਹਦਾ ਵਿਰੋਧ ਅਦਾਲਤਾਂ 'ਚ ਵੀ ਹੋਏਗਾ, ਉਹਦਾ ਵਿਰੋਧ ਵਿਧਾਨ ਸਭਾ 'ਚ ਵੀ ਹੋਏਗਾ। ਦੱਸੋ ਇੱਕ ਮਿੰਟ ਜੀ, ਮੈਨੂੰ ਇਹ ਦੱਸੋ ਸੰਵਿਧਾਨ ਨੂੰ ਕਿੱਥੇ ਛੇੜਛਾੜ ਕੀਤੀ ਹੈ? ਮੈਨੂੰ ਦੱਸੋ ਸੰਵਿਧਾਨ ਨਾਲ ਛੇੜਛਾੜ ਹੋਈ ਹੈ। ਦੇਖੋ ਇਹ ਐਕਟ ਪਹਿਲਾਂ ਬਣਿਆ ਹੋਇਆ ਸੀ, ਇਹਦੇ 'ਚ ਅਮੈਂਡਮੈਂਟ ਹੋਈ ਹੈ ਤੇ ਇਹਦੇ 'ਚ ਕੀ ਗਲਤ ਹੋਇਆ? ਜੇ ਅਮੈਂਡਮੈਂਟ ਕੋਈ ਹੈਗੀ ਆ ਉਹਨੂੰ ਤੁਸੀਂ ਚੈਲੰਜ ਕਰੋ। ਉਹਦਾ ਚੈਲੰਜ ਕਰਨ ਦਾ ਪ੍ਰੋਸੀਜਰ ਹੁੰਦਾ। ਬਿਲਕੁਲ ਨਹੀਂ, ਮੈਂ ਗਰਗ ਸਾਹਿਬ ਦੀ ਸਾਰੀ ਗੱਲ ਸੁਣੀ ਹੈ। ਗਰਗ ਸਾਹਿਬ ਮੈਨੂੰ ਇਹ ਦੱਸ ਦੇਣ ਵੀ ਇਹ ਜਿਹੜਾ ਕਨਸਟੀਟਿਊਸ਼ਨ ਹੈਗਾ ਜਿਹੜਾ ਪਾਕਿਸਤਾਨ ਜਾਂ ਅਫਗਾਨਿਸਤਾਨ ਜਾਂ ਬੰਗਲਾਦੇਸ਼ ਦੇ ਉੱਤੇ ਕਿਵੇਂ ਲਾਗੂ ਹੁੰਦਾ? ਮੈਂ ਦੱਸ ਦੇਣਾ ਤੁਹਾਨੂੰ ਬੇਸਿਕ ਗੱਲ ਦੀ ਸਮਝ। ਚਲੋ ਆਪਾਂ ਇੱਕ ਮਿੰਟ ਗਰਗ ਸਾਹਿਬ ਨੂੰ ਟਾਈਮ ਦੇਣਾ। ਇੱਕ ਉਸ ਤੋਂ ਪਹਿਲਾਂ ਇਕਬਾਲ ਸਿੰਘ ਤੋਂ ਮੈਂ ਇੱਕ ਰਿਪਲਾਈ ਲੈ ਲਾਂ ਇਕਬਾਲ ਸਿੰਘ ਤੋਂ। ਇਕਬਾਲ ਸਿੰਘ ਜੀ, ਬੜੇ ਸਾਰੇ ਲੋਕ ਬੜੀਆਂ ਸਾਰੀਆਂ ਤਰ੍ਹਾਂ ਇਹ ਵੀ ਕਹਿੰਦੀਆਂ ਨੇ ਕਿ ਹੁਣ CAA ਦੀ ਜਿਹੜਾ ਮੁੱਦਾ ਛਿੜਿਆ ਹੋਇਆ, ਜੇ ਅਸੀਂ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਂਦੇ ਹਾਂ, ਪੰਜਾਬ ਦੇ ਬੜੇ ਸਾਰੇ ਅਜਿਹੇ ਮੁੱਦੇ ਨੇ ਜਿਹੜੇ ਡਿਮਾਂਡ ਕਰਦੇ ਨੇ ਕਿ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਉਹਨਾਂ ਤੇ ਚਰਚਾ ਹੋਣੀ ਚਾਹੀਦੀ ਹੈ, ਉਹ ਸਾਰੇ ਠੰਡੇ ਬਸਤੇ ਦੇ ਵਿੱਚ ਪਾਉਣ ਦੀ ਇਹ ਸਾਰਾ ਰੌਲਾ ਕੀਤਾ ਜਾ ਰਿਹਾ। ਤੁਹਾਨੂੰ ਇਹ ਲੱਗਦਾ ਕਿ ਨਹੀਂ ਲੱਗਦਾ? ਬਿਲਕੁਲ ਹਰਪ੍ਰੀਤ ਜੀ ਗੱਲ ਇਹ, ਮੈਂ ਤਾਂ ਇਹਨੂੰ ਫਾਲਤੂ ਐਕਸਰਸਾਈਜ਼ ਸਮਝਦਾ। ਇਹਦੇ ਚ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ। ਅਸਾਮ 'ਚ ਇਹਨਾਂ ਨੇ ਕੀਤਾ ਸੀ, ਪਹਿਲਾਂ NRC ਲੈਂਦੇ ਸੀਗੇ, 3 ਸਾਲ ਲੱਗੇ ਸੀਗੇ, 50,000 ਵਰਕਰ ਲੱਗੇ ਸੀਗੇ ਤੇ ਉਹਦੇ 'ਚ 19 ਲੱਖ ਬੰਦੇ ਇਹਨਾਂ ਨੇ ਬਾਹਰ ਕੱਢੇ ਸੀ NRC 'ਚ। ਉਹਦੇ 'ਚ 14 ਲੱਖ ਹਿੰਦੂ ਨਿਕਲ ਗਏ। ਉਹਦਾ ਇੱਕ ਇਹ ਅਗਲੀ ਐਕਸਰਸਾਈਜ਼ ਸ਼ੁਰੂ ਕਰਤੀ CAA ਪਹਿਲਾਂ ਨਹੀਂ ਸੀ, ਪਹਿਲਾਂ NRC ਇਹਨਾਂ ਨੇ ਕਰਾ ਕੇ ਦੇਖਿਆ। ਉਹਨੂੰ ਜਿਹੜਾ 14 ਲੱਖ ਹਿੰਦੂ ਬਾਹਰ ਨਿਕਲ ਗਏ ਨਾ, ਉਹਨੂੰ ਐਡ ਕਰਨ ਵਾਸਤੇ ਉਹਨਾਂ ਗੱਲਾਂ ਤਾਂ ਠੀਕ ਹੈ। ਮੈਂ ਤਾਂ ਵਿਧਾਨ ਸਭਾ ਦੀ ਗੱਲ ਕਰ ਰਿਹਾ। ਕੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚਰਚਾ ਮੰਗਦਾ ਜਾਂ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਹੋਰ ਬੜੇ ਸਾਰੇ ਅਹਿਮ ਮੁੱਦੇ ਨੇ ਜਿਹੜੇ ਪਹਿਲਾਂ ਚਰਚਾ ਉਹ ਮੰਗਦੇ ਨੇ, ਇਸ ਮੁੱਦੇ ਤੇ ਬਾਅਦ ਚ ਵੀ ਹੋ ਸਕਦੀ? ਨਹੀਂ, ਬਿਲਕੁਲ ਇਹ ਇੱਕ ਨਾਲ ਛੋਟਾ ਮੁੱਦਾ ਹੈ। ਪੰਜਾਬ ਵਾਸਤੇ ਵੱਡੇ ਮੁੱਦੇ ਹੋਰ ਹੈ, ਉਹਨਾਂ ਤੇ ਡਿਸਕਸ਼ਨ ਹੋਵੇ। ਇਹ ਵੀ 1 ਘੰਟੇ ਦਾ ਇੱਕ ਸੈਸ਼ਨ ਇਹਦੇ ਵਾਸਤੇ ਰੱਖ ਲਿਆ ਜਾਵੇ। ਇਹਦੇ ਵਾਸਤੇ ਸਪੈਸ਼ਲ ਸੈਸ਼ਨ ਦੀ ਬੁਲਾਉਣ ਦੀ ਲੋੜ ਨਹੀਂ ਸੀ। ਸਪੈਸ਼ਲ ਸੈਸ਼ਨ ਸਾਡੇ ਕਿਸਾਨਾਂ ਦੀ ਆਤਮ ਹੱਤਿਆ ਤੇ ਹੁੰਦਾ, ਸਾਡੀ ਬਿਜਲੀ ਮਹਿੰਗੀ ਬਿਜਲੀ ਤੇ ਹੁੰਦਾ, ਹੋਰ ਪੰਜਾਬ ਦੇ ਮਸਲੇ ਉਹਨਾਂ ਤੇ ਹੁੰਦਾ। ਇਹ 1 ਘੰਟੇ 'ਚ ਰਾਏ ਲੈਣੀ ਹੈ, ਤੁਸੀਂ 1 ਘੰਟੇ 'ਚ ਲੈ ਲਓ ਰਾਏ। ਜਿੱਦੀ ਰਾਏ ਤਾਂ ਬਣੀ ਹੋਈ ਹੈ ਸਾਰੀ ਪਾਰਟੀਆਂ ਦੀ। ਉਹਦੇ 'ਚ ਕੀ ਹੈ ਨਾ, ਅਸੀਂ ਬਹਿਸ ਕਰਕੇ ਕੋਈ ਕਾਨੂੰਨ ਬਣਾਉਣਾ, ਨਾ ਕਾਨੂੰਨ ਨੂੰ ਕੋਈ ਬ੍ਰੇਕ ਲਾਉਣੀ ਹੈ। ਇਸ ਕਰਕੇ ਬਹਿਸ ਦੀ ਤਾਂ ਲੋੜ ਤਾਂ ਹੁੰਦੀ ਹੈ ਕਿ ਵੀ ਹਾਂ 2 ਦਿਨ ਅਸੀਂ ਬਹਿਸ ਕਰਾਉਣੀ ਹੈ, ਅਸੀਂ ਕੋਈ ਰੋਕ ਲਾਉਣੀ। ਇਹ ਤਾਂ ਰਾਏ ਬਣੀ ਹੋਈ ਹੈ, ਰਾਏ ਲੈ ਲੈਂਦੇ 1 ਘੰਟੇ ਸਾਰਿਆਂ ਦੀ। ਕਿਉਂਕਿ ਮੈਂ ਇਹ ਸਵਾਲ ਇਸ ਕਰਕੇ ਪੁੱਛਿਆ ਕਿਉਂਕਿ ਬੜੇ ਸਾਰੇ ਲੋਕ ਇਹ ਚਰਚਾ ਕਰ ਰਹੇ ਨੇ ਕਿ ਕਾਂਗਰਸ ਜਾਣ ਬੁੱਝ ਕੇ ਇਸ ਮਸਲੇ ਦੇ ਵਿੱਚ ਉਲਝਾ ਕੇ ਬਾਕੀ ਮਸਲਿਆਂ ਨੂੰ ਠੰਡਾ ਕਰਨਾ ਚਾਹੁੰਦੀ ਹੈ। ਮੈਂ ਇਸ ਗੱਲ ਤੇ ਪਹਿਲੀ ਗੱਲ ਤਾਂ ਇਹ ਹੈ ਕਿ
ਕਾਂਗਰਸ ਦੇ ਬੁਲਾਰੇ ਕਾਫੀ ਕੁਝ ਕਹਿ ਰਹੇ ਨੇ, ਸਰੀਨ ਸਾਹਿਬ, ਬਾਕੀ ਆਨਾ ਮੈਂ ਇੱਕ ਪਾਰਟੀਆਂ ਵੀ ਮਿੰਟ ਕਹਿ ਰਹੀਆਂ ਨੇ ਜੀ। ਅਸਲ 'ਚ ਇਹ ਇੱਕ ਪੋਲੀਟੀਕਲ ਗੱਤਕਾ ਖੇਡਣ ਦੀ ਗੱਲ ਹੈ। ਇਹ ਇਸ਼ੂ ਦੇ ਉੱਤੇ ਸਰਕਾਰ ਜੇ ਅਸੈਂਬਲੀ, ਜਿਵੇਂ ਕਿਹਾ ਇਹਨਾਂ ਨੇ ਇਕਬਾਲ ਸਿੰਘ ਜੀ ਨੇ, ਵੀ ਤੁਸੀਂ ਕਹੋ ਜੀ ਤੁਹਾਡੀ ਕੀ ਰਾਏ ਆ, ਬਸ ਇਹ ਦਿਓ, ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ। ਇਹ ਤੇ ਬਹਿਸ ਜਿਹੜੀ ਕਰਾਉਣੀ ਹੈ, ਇਹਦਾ ਮਤਲਬ ਇਹ ਹੈ ਵੀ ਉੱਥੇ ਇਹੀ ਦੂਜੇ ਕਿਸਾਨਾਂ ਦਾ ਸੁਈਸਾਈਡ, ਬੇਰੁਜ਼ਗਾਰੀ ਤੇ ਸਾਰਾ ਸਮਾਂ ਤੇ ਖਤਮ, ਪਾਣੀ ਦਾ, ਵੀ ਤਾਂ ਕਿ ਉਹ ਮਸਲਾ ਨਾ ਹੋਵੇ। ਇਹ ਕਦੀ ਵੀ ਨਹੀਂ ਕਰਨਾ ਚਾਹੁੰਦੇ। ਇਹ ਰੋਜ਼ ਕਹਿੰਦੇ ਸਾਡੇ ਕੋਲ ਤਾਂ ਪੈਸਾ ਨਹੀਂ ਜੀ, 3 ਸਾਲ 'ਚ ਪੈਸਾ ਨਹੀਂ ਆਇਆ, ਹੁਣ ਕਦ ਆਊਗਾ। ਸੋ ਇਹ ਸਾਰੀ ਸਿਆਸਤ ਬੜੀ ਸੱਚੀ ਹੈ। ਜੋ ਧਾਰਨੀ ਸਾਹਿਬ ਨੇ ਕਿਹਾ, ਧਾਰਨੀ ਸਾਹਿਬ ਕਹਿੰਦੇ ਨੇ, ਮੈਂ ਇਹ ਕਿੱਥੇ ਕਿਹਾ, ਇਹ ਮੂੰਹ 'ਚ ਗੱਲਾਂ ਪਾਉਂਦੇ ਨੇ ਵੀ ਜੀ ਕਾਨੂੰਨ ਨਾ ਪਾਕਿਸਤਾਨ 'ਚ ਹਿੰਦੁਸਤਾਨ ਦਾ ਸੰਵਿਧਾਨ। ਮੈਂ ਇਹ ਨਹੀਂ ਕਿਹਾ ਵੀ ਪਾਕਿਸਤਾਨ 'ਚ ਹਿੰਦੁਸਤਾਨ ਦਾ ਸੰਵਿਧਾਨ ਲਾਗੂ ਹੁੰਦਾ ਹੈ। ਮੈਂ ਕਿਹਾ ਇਹ ਆਪ ਲੀਗਲ ਲਿਊਮਿਨਰੀ ਨੇ, ਇਹ ਜਾ ਕੇ ਕੋਰਟ 'ਚ ਪਤਾ ਕਰਨ ਵੀ ਪਰਸਨ ਤੇ ਉਸ 'ਚ ਕੀ ਫਰਕ ਹੈ। ਸਾਰੀ ਚਰਚਾ ਹੋਈ ਹੈ ਵੀ ਇੱਥੇ ਪਰਸਨ ਕਿਉਂ ਲਿਖਿਆ ਜਾਂਦਾ, ਇਹ ਜਾ ਕੇ ਕਨਸਟੀਟਿਊਟ ਬਹਿਸਾਂ ਪੜ੍ਹਨ। ਮੇਰੀ ਬੇਨਤੀ ਹੈ, ਕਿਉਂਕਿ ਮੈਂ ਤਾਂ ਇਹਦਾ ਮਾਹਰ ਨਹੀਂ ਆ, ਪਰ ਜਦ ਮੈਂ ਪੜ੍ਹੀਆਂ ਨੇ ਉੱਥੇ ਆਇਆ ਵੀ ਅਸੀਂ ਪਰਸਨ ਕਿਉਂ ਪਾ ਰਹੇ ਹਾਂ, ਸਿਟੀਜ਼ਨ ਕਿਉਂ ਪਾ ਰਹੇ ਹਾਂ। ਸੋ ਪਰਸਨ ਦਾ ਮਤਲਬ ਇਹ ਹੈ, ਜਿਵੇਂ 14 ਆਰਟੀਕਲ 'ਚ ਲਿਖਿਆ ਐਨੀ ਪਰਸਨ ਇਨ ਇੰਡੀਆ, ਥੱਲੇ ਡਿਫਾਈਨ ਕਰਿਆ ਪਰਸਨ ਨੂੰ, ਪਲੀਜ਼ ਇਨ ਇੰਡੀਆ, ਇਨ ਇੰਡੀਆ, ਐਨੀ ਪਰਸਨ ਇਨ ਇੰਡੀਆ ਹੀ ਗੱਲ ਕਰਦਾ ਮੈਂ, ਨਾਟ ਆਊਟਸਾਈਡ ਸੁਣ ਤਾਂ ਮੈਂ ਇੰਡੀਆ ਹੀ ਬੋਲ ਰਿਹਾ ਹੈ, ਬਿਨਾਂ ਬੋਲੇ ਨਾ ਵਿੱਚ ਦਖਲਅੰਦਾਜ਼ੀ ਕਰੋ। ਐਨੀ ਪਰਸਨ ਇਨ ਇੰਡੀਆ, ਐਨੀ ਪਰਸਨ ਇਨ ਇੰਡੀਆ ਦਾ ਮਤਲਬ ਕੀ ਹੈ, ਚਾਹੇ ਅੰਗਰੇਜ਼ ਆ ਗਿਆ ਉਰੇ, ਚਾਹੇ ਇੱਕ ਦਿਨ ਵਾਸਤੇ ਆਇਆ, ਉਹਦੇ ਨਾਲ ਕਾਨੂੰਨ ਦੇ ਸਾਹਮਣੇ ਉਹ ਨਹੀਂ ਹੋ ਸਕਦੀ। ਆ ਜਿਹੜਾ ਕਾਤੀਆ ਵਾਲਾ ਕੇਸ ਸੀ, ਇਹ ਕਾਂਗਰਸੀਆਂ ਬਾਰੇ ਸੀ, ਕਾਤੀਆ ਤਾਂ ਉਰੇ ਇਦਾਂ ਹੀ ਆਈ ਸੀ। ਸੋ ਹਿੰਦੁਸਤਾਨ ਦਾ ਕਾਨੂੰਨ ਐਨੀ ਪਰਸਨ ਇਸ ਕਰਕੇ ਲਿਖਿਆ ਹੈ ਵੀ ਚਾਹੇ ਉਹ ਇੱਥੋਂ ਦਾ ਨਾਗਰਿਕ ਹੈ ਚਾਹੇ ਨਹੀਂ ਹੈ ਉਹਨਾਂ। ਸੋ ਪਰਸਨ ਨੂੰ ਸਿਟੀਜ਼ਨਸ਼ਿਪ ਦੇਣੀ ਹੈ। ਪਰਸਨ ਕੌਣ ਹੈ? ਉਹ ਆਲਰੇਡੀ ਇੰਡੀਅਨ ਸਿਟੀਜ਼ਨ ਹੋ ਸਕਦਾ ਹੈ, ਉਹ ਕੋਈ ਬਾਹਰੋਂ ਪੀੜਤ ਹੋ ਸਕਦਾ ਹੈ, ਉਹ ਬਾਹਰੋਂ ਕੋਈ ਬਹੁਤ ਵੱਡੀ VIP ਹਸਤੀ ਹੋ ਸਕਦੀ ਹੈ, ਜਿਹਨੂੰ ਅਸੀਂ ਕਹਿੰਦੇ ਜਿਵੇਂ ਆਨਰੇਰੀ ਦੇਣੀ ਹੁੰਦੀ ਹੈ। ਉਹਦੇ 'ਚ ਹੈਗੀ ਹੈ 11 ਧਾਰਾ 'ਚ ਹੀ ਸੰਵਿਧਾਨ 'ਚ। ਇੱਕ ਦੂਜੀ ਗੱਲ ਜਿਹੜੀ ਇਹ ਗੱਲ ਕਹੀ ਗਈ ਹੈ, ਸਟੇਟਾਂ ਦਾ ਕੀ ਅਧਿਕਾਰ ਹੈ ਜੀ, ਸਿਟੀਜ਼ਨਸ਼ਿਪ ਹੀ ਇੰਡੀਆ ਦਾ ਅਧਿਕਾਰ ਹੈ, ਬਿਲਕੁਲ ਠੀਕ ਹੈ। ਪਰ ਸਟੇਟਾਂ ਰੈਜ਼ੀਡੈਂਸ ਦਿੰਦੀਆਂ ਨੇ। ਸਾਡੀ ਸਟੇਟ ਕਹਿ ਸਕਦੀ ਹੈ ਵੀ ਅਸੀਂ ਰੈਜ਼ੀਡੈਂਸ ਨਹੀਂ ਦੇਣੀ ਸਿਵਾਏ ਜਿਹੜੇ ਪੰਜਾਬੀ ਹੋਣਗੇ, ਇਹ ਕਹਿ ਸਕਦੀ ਹੈ। ਤੁਸੀਂ ਬਣਾਈ ਜਾਓ ਹਿੰਦੁਸਤਾਨ ਦੇ ਸ਼ਹਿਰੀ, ਤੁਸੀਂ ਜਿੱਥੇ ਵਸਾਉਣਾ ਵਸਾ ਲਓ। ਅਸਾਮ ਇਹੀ ਕਹਿ ਰਿਹਾ ਵੀ ਤੁਸੀਂ ਦੇ ਦਿਓ 20 ਲੱਖ ਨੂੰ, ਤੁਸੀਂ 13 ਲੱਖ ਨੂੰ ਦਿਓ, 20 ਲੱਖ ਨੂੰ ਦਿਓ, ਪਰ ਸਾਡੇ ਕੋਲ ਨਾ, ਸਾਡਾ ਨਾ ਕਰੋ। ਸੋ ਸਾਡੇ ਕੋਲ ਅਧਿਕਾਰ ਆ। ਔਰ ਮੈਂ ਗਵਰਨਮੈਂਟ ਆਫ ਇੰਡੀਆ 'ਚ ਪਲੀਡ ਕਰੇ ਨੇ 2001-2 ਦੇ ਵਿੱਚ ਇੱਥੇ ਚੱਕਰ ਪੈ ਗਿਆ ਸੀ, ਅਕਾਲੀ BJP ਸਰਕਾਰ ਸੀ। ਉਹ ਕਹਿਣ ਜੀ ਇੱਥੋਂ ਕਹਿਣ ਸਾਰੇ ਬਿਊਰੋਕਰੇਟ ਕਿ ਜੀ ਤਾਂ ਭਾਰਤ ਸਰਕਾਰ ਨੇ ਬਣਾਤਾ। ਮੈਂ ਜੀ ਭਾਰਤ ਸਰਕਾਰ ਸਾਡੇ ਕਿਵੇਂ ਐਂ ਬਣਾ ਦੂਗੀ। ਸੋ ਰੈਜ਼ੀਡੈਂਸ ਦਾ ਸੁਪਰੀਮ ਕੋਰਟ ਤੱਕ ਦੇ ਫੈਸਲੇ ਨੇ ਕਿ ਰੈਜ਼ੀਡੈਂਸ ਡਿਸਾਈਡ ਕਰਨਾ ਸਟੇਟ ਨੇ। ਹਾਂਜੀ ਸਰੀਨ ਸਾਹਿਬ, ਇਸ ਗੱਲ ਦਾ ਵੀ ਜਵਾਬ ਦੇ ਦਿਓ। ਨਾਲ ਹੀ ਮੈਂ ਇੱਕ ਹੋਰ ਸਵਾਲ ਵੀ ਪੁੱਛਣਾ ਚਾਹੁੰਦਾ ਕਿ ਵਿਧਾਨ ਸਭਾਵਾਂ ਦੇ ਵਿੱਚ ਇਹ ਚਰਚਾਵਾਂ ਛਿੜ ਰਹੀਆਂ ਨੇ ਇਸ ਮੁੱਦੇ ਨੂੰ ਲੈ ਕੇ। ਵੱਖ-ਵੱਖ ਸੂਬੇ ਵੀ ਇਹ ਕਹਿ ਰਹੇ ਨੇ ਕਿ ਅਸੀਂ ਆਪਣੇ ਸਟੇਟ ਦੇ ਵਿੱਚ ਇਸ ਨੂੰ ਲਾਗੂ ਨਹੀਂ ਕਰਨਾ। ਜੇਕਰ ਮੈਜੋਰਟੀ ਸਟੇਟਸ ਇਹ ਕਹਿੰਦੇ ਨੇ ਕਿ ਲਾਗੂ ਨਹੀਂ ਕਰਨਾ, ਤਾਂ ਮੈਨੂੰ ਤੁਸੀਂ ਦੱਸਿਓ ਕਿ ਇਸ ਕਾਨੂੰਨ ਤੇ ਕੋਈ ਫਰਕ ਪਵੇਗਾ ਜਾਂ ਨਹੀਂ ਪਵੇਗਾ। ਅਸੀਂ ਕਾਨੂੰਨ ਅਸੀਂ ਪੂਰੇ ਮੁਲਕ ਲਈ ਬਣਾਇਆ। ਮੁਲਕ ਤਾਂ ਬਣਦਾ ਕਿ ਵੱਖ-ਵੱਖ ਸਟੇਟਸ ਨੇ, ਸਟੇਟਸ ਦੇ ਵਿੱਚ ਵਸਦੇ ਲੋਕ ਨੇ। ਜੇਕਰ ਸਾਡੀਆਂ ਸਟੇਟ ਹੀ ਕਹਿ ਰਹੀਆਂ ਨੇ ਕਿ ਅਸੀਂ ਲਾਗੂ ਨਹੀਂ ਕਰਨਾ, ਤੇ ਫਿਰ ਉਹ ਕਾਨੂੰਨ ਕਿਸ ਕੰਮ ਦਾ? ਦੇਖੋ ਹਰਪ੍ਰੀਤ ਜੀ, ਇਹ ਬੜੀ ਗੱਲ ਕਲੀਅਰ ਹੈਗੀ ਹੈ ਕਿ ਸਿਟੀਜ਼ਨਸ਼ਿਪ ਐਕਟ ਜਿਹੜਾ ਹੈਗਾ ਉਹ ਕੇਂਦਰ ਦੇ ਅਧਿਕਾਰ ਖੇਤਰ 'ਚ ਆਉਂਦਾ ਹੈਗਾ, ਔਰ ਜਿਹੜੀ ਚੀਜ਼ ਕੇਂਦਰ ਦੇ ਅਧਿਕਾਰ ਖੇਤਰ ਆਉਂਦੀ ਹੈ ਉਹਦਾ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ ਕੇਂਦਰ ਕੋਲੇ ਹੈ, ਭਾਵੇਂ ਜ਼ਬਰਦਸਤੀ ਕਿਉਂ ਨਾ ਹੋਵੇ। ਸਟੇਟਸ ਦੇ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ। ਇਹ ਸਿਰਫ ਰਾਜਨੀਤੀ ਹੋ ਰਹੀ ਹੈ। ਨਹੀਂ, ਜ਼ਬਰਦਸਤੀ ਹੈ ਹੀ ਕੋਈ ਨਹੀਂ, ਇਹ 'ਚ ਜ਼ਬਰਦਸਤੀ ਕੋਈ ਨਹੀਂ ਹੈਗੀ। ਸਰ ਇਹ ਤੇ ਦੱਸੋ ਕਿ ਇਹਦੇ ਵਿੱਚ ਗਲਤ ਕੀ ਹੈ। ਸਿਟੀਜ਼ਨ ਜੇ ਇਹ ਕਹਿੰਦੇ ਨੇ ਜੀ ਕਿ ਮੁਸਲਮਾਨਾਂ ਨੂੰ ਕਿਉਂ ਨਹੀਂ ਸਿਟੀਜ਼ਨ ਦਿੱਤਾ, ਬਈ ਉਹ ਐਕਟ ਦੇ ਤਹਿਤ ਮੈਂ ਦੱਸ ਰਿਹਾ ਪਿਛਲੇ 5 ਸਾਲਾਂ 'ਚ 566 ਮੁਸਲਮਾਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਗਈ ਹੈ। ਇਹ ਤੇ ਐਵੇਂ ਅਨਨੈਸੈਸਰੀ ਇਸ਼ੂ ਬਣਾਈ ਜਾ ਰਹੇ ਨੇ। ਇਹ ਤੇ ਸਿਰਫ ਜਿਹੜਾ ਹੈਗਾ ਵੈ ਕੋਈ ਵੀ ਜੇ ਵਿਦੇਸ਼ੀ ਨਾਗਰਿਕ ਆ ਕੇ ਨਾਗਰਿਕਤਾ ਲੈਣੀ ਚਾਹੁੰਦਾ ਹਿੰਦੁਸਤਾਨ ਦੀ, ਉਹਦਾ ਨਾਗਰਿਕਤਾ ਐਕਟ ਦੇ ਤਹਿਤ ਇੱਕ ਪ੍ਰੋਸੀਜਰ ਹੈਗਾ, ਉਹ ਅਪਲਾਈ ਕਰੇ, ਉਹਨੂੰ ਨਾਗਰਿਕਤਾ ਮਿਲੇਗੀ। ਇਹ ਅੱਜ ਤੱਕ ਦੇਖੋ ਬੰਗਲਾਦੇਸ਼ ਤੋਂ ਜਦੋਂ ਆਏ ਸੀਗੇ ਇੰਦਰਾ ਗਾਂਧੀ ਵੇਲੇ ਉਹਨਾਂ ਨਾਗਰਿਕਤਾ ਦਿੱਤੀ ਗਈ। ਸ਼੍ਰੀਲੰਕਨ ਪ੍ਰੋਬਲਮ ਆਈ, ਉਦੋਂ ਸ਼੍ਰੀਲੰਕਾ ਦੇ ਜਿਹੜੇ ਲੋਕ ਆਏ ਸੀ ਉਹਨਾਂ ਨਾਗਰਿਕਤਾ ਦਿੱਤੀ ਗਈ। ਤੁਹਾਡੀ ਗੱਲ ਮੈਂ ਕਹਿ ਰਿਹਾ, ਮੈਨੂੰ ਇੱਕ ਚੀਜ਼ ਦੱਸੋ ਨਾ, ਮੈਨੂੰ ਸੁਣ ਲਿਆ ਕਰੋ ਗੱਲ ਯਾਰ। ਸੋਚ ਸਾਹਿਬ ਗੱਲ ਸੁਣ ਲਿਆ ਕਰੋ। ਸੋਚ ਸਾਹਿਬ ਗੱਲ ਵੀ ਸੁਣਨੀ ਸਿੱਖਿਆ ਕਰੋ। ਤੁਸੀਂ ਗੱਲ ਸੁਣਨੀ ਸਿੱਖਿਆ ਕਰੋ। ਤੁਸੀਂ ਗੱਲ ਸੁਣਨੀ ਸਿੱਖੋ। ਪਾਉਣ ਦੀ ਕੀ ਲੋੜ ਸੀ? ਤੁਸੀਂ ਗੱਲ ਸੁਣਨੀ ਸਿੱਖੋ। ਦੇ ਦਿਓ। ਹਾਂਜੀ ਸਰੀਨ ਸਾਹਿਬ। ਸੋਚ ਸਾਹਿਬ ਗੁੰਮਰਾਹ ਨਾ ਕਰੋ। ਦੱਸੋ, ਜਵਾਬ ਦਿਓ ਨਾ। ਦੇਸ਼ ਦੇ ਨਾਲ ਖਿਲਵਾੜ ਨਾ ਕਰੋ। ਮੈਂ ਜਵਾਬ ਦੇ ਰਿਹਾ, ਸੁਣ ਲਓ। ਕੀ ਲੋੜ ਪੈ ਗਈ ਤੁਹਾਨੂੰ? ਇਹਦਾ ਕਾਰਨ ਕੀ ਹੈ? ਕਾਰਨ ਦੱਸੋ ਸਾਨੂੰ। ਤੇ ਦੇ ਰਿਹਾ ਨਾ ਜਵਾਬ ਤੁਹਾਨੂੰ। ਸੁਣਨ ਦੇ ਵੀ ਮੈਦਾ ਰੱਖੋ। ਦਿਓ। ਤੁਸੀਂ ਸੁਣਨ ਦਾ ਮੈਦਾ ਰੱਖੋ। ਤੁਸੀਂ ਸੁਣਨ ਦਾ ਮੈਦਾ ਰੱਖੋ। ਹਾਂਜੀ ਬੋਲੋ। ਮੈਂ ਇਹ ਕਹਿ ਰਿਹਾ, ਇਹ ਜਿਹੜਾ ਡਰਾਮਾ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਵਿਧਾਨ ਸਭਾ ਦੇ ਵਿੱਚ, ਇਹਦੀ ਪਾਵਰ ਹੀ ਹੈ ਨਹੀਂਗੀ। ਇਟ ਇਜ਼ ਟੋਟਲੀ ਅਨਕਨਸਟੀਟਿਊਸ਼ਨਲ।
ਇਹ ਸਿਰਫ ਸਰਕਾਰ ਤੋੜ ਆਪਣਾ ਦਿਓ, ਜਿਹੜਾ ਹੈਗਾ ਵਾ ਦਿਖਾਓ ਦਮ ਫਿਰ। ਕਾਂਗਰਸ ਦੀਆਂ ਜਿੱਥੇ ਸਰਕਾਰਾਂ ਹੈਗੀਆਂ ਨੇ ਹੋ ਗਿਆ, ਉਹ ਸਰਕਾਰ ਸਾਡਾ ਧਾਰਮਿਕ ਕਾਨੂੰਨ ਨਹੀਂ ਮੰਨ ਪੁਸ਼ਟੀਕਰਨ ਰਹੀ ਦੀ ਰਾਜਨੀਤੀ ਦੇ ਲਾਓ ਨਾਲ ਫਿਰ ਰਾਸ਼ਟਰਪਤੀ ਰਾਜ, ਦਿਖਾਓ ਦਮ ਜਰਾ। ਸੋਚ ਸਾਹਿਬ ਕੇਰਲਾ ਸਰਕਾਰ ਉਹ ਤੋੜੋ। ਮੈਨੂੰ ਲੱਗਦਾ ਤੁਹਾਡੇ ਅੱਖਰ ਤੋੜੋ ਕੇਰਲਾ ਸਰਕਾਰ ਫਿਰ। ਤੁਸੀਂ ਦਿਖਾਓ ਦਮ ਜਰਾ। ਸੋਚ ਸਾਹਿਬ ਤੁਸੀਂ ਵਕੀਲ ਹੋ, ਸਿਆਣੀ ਮਤਾ ਗੱਲ ਪਾਵਾਂਗੇ। ਕਰੋ। ਤੁਸੀਂ ਅਸੀਂ ਵਕੀਲ ਹੋ, ਸਿਆਣੀ ਗੱਲ ਐਕਟ ਕਰੋ। ਬਣਾ ਰਹੇ, ਮਤੇ ਤੁਹਾਡੇ ਤੋਂ ਪਾ ਰਹੇ, ਉਮੀਦ ਕਰਦੇ ਮਤੇ। ਤੁਸੀਂ ਸਿਆਣੀ ਗੱਲ ਕਰੋਗੇ। ਕਾਨੂੰਨੀ ਗੱਲ ਤੁਸੀਂ ਕਾਨੂੰਨ ਹੋ। ਅਸੀਂ ਐਕਟ ਨਹੀਂ ਬਣਾ ਰਹੇ, ਪਾਰਲੀਮੈਂਟ ਕੀ ਕਰ ਬਣਾਇਆ। ਲੋਗੇ? ਅਸੀਂ ਮਤਾ ਪਾ ਕੇ ਮਤਾ ਵਿਰੋਧ ਕੀ ਜਤਾ ਰਹੇ ਹਾਂ, ਕਰ ਲੋਗੇ? ਵਿਰੋਧ। ਨਹੀਂ ਮਤਾ ਪਾ ਕੇ ਕੀ ਕਰ ਲੋਗੇ? ਮਤਾ ਪਾ ਕੇ ਪਾ ਸਕਦੇ ਆ। ਮਤਾ ਪਾ ਕੇ ਕੀ ਕਰ ਸਾਡੇ ਲੋਗੇ? ਪੰਜਾਬ ਦੇ ਲੋਕਾਂ ਦੇ ਭਾਵਨਾਵਾਂ ਨੇ। ਮਤਾ ਪਾ ਕੇ ਕੀ ਕਰ ਠੀਕ ਹੈ, ਲੋਗੇ? ਸੰਵਿਧਾਨ ਨਾਲ ਉਹਦੀ ਕਰੋ। ਕਹਿਣ ਦਾ ਭਾਵ ਇਹ ਹੈ ਭਾਵਨਾਵਾਂ ਨੇ। ਕੀ ਕਰ ਅੱਛਾ ਲੋਗੇ? ਚਲੋ ਉਹ ਮੇਰੀ ਕੀ ਗੱਲ ਹੋ ਜੂ? ਇੱਕ ਮਿੰਟ ਜਿਵੇਂ ਇਕਬਾਲ ਕੀ ਸਿੰਘ ਕਰ ਨੇ ਕਿਹਾ, ਲੋਗੇ ਉਹ ਉਹਦਾ? ਜ਼ਰੀਨ ਸਾਹਿਬ ਨੇ ਕਿਹਾ ਜੋ ਕਿ ਜਿਹੜੀ ਗੱਲ ਨਾਲ ਕੋਈ ਸੰਵਿਧਾਨ ਫਰਕ ਹੀ ਨਹੀਂ ਪੈਣ ਤੁਸੀਂ ਵਾਲਾ, ਸੰਵਿਧਾਨ ਦੇ ਫਿਰ ਉਲਟ ਕੰਮ ਤੁਸੀਂ ਕਰ ਰਹੇ ਹੋ। ਪੰਜਾਬ ਦੇ ਲੋਕਾਂ ਦਾ ਵੀ ਤੁਸੀਂ ਸਮਾਂ ਸੰਵਿਧਾਨ ਖਰਾਬ ਕਰ ਰਹੇ ਹੋ ਤੇ ਖਿਲਵਾੜ ਕਰ ਪੈਸਾ ਰਹੇ ਵੀ ਹੋ। ਖਰਾਬ ਕਰ ਰਹੇ ਹੋ। ਤੁਸੀਂ ਉਹਨਾਂ ਮੁੱਦਿਆਂ ਤੇ ਵਿਚਾਰਾ ਕਿਉਂ ਨਹੀਂ ਕਰਦੇ ਜਿਹੜੇ ਗਰਗ ਸਾਹਿਬ ਨੇ ਕਹੇ ਨੇ ਕਿ 3 ਸਾਲ ਹੋ ਗਏ ਤੁਸੀਂ ਕਹਿੰਦੇ ਉਹਨਾਂ ਮੁੱਦਿਆਂ ਤੇ ਚਰਚਾ ਨਹੀਂ, ਚਰਚਾ ਕਰ ਰਹੇ ਹਾਂ ਤਾਂ ਜੋ ਉਹ ਖਬਰ ਹੋ ਜਾਏ। ਮੈਨੂੰ ਜੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਹੋ। ਤੁਹਾਨੂੰ ਪੁੱਛਿਆ ਮੈਂ। ਹਾਂਜੀ ਸਰਨ ਸਾਹਿਬ ਇੱਕ ਮਿੰਟ ਜੀ। ਹਾਂ ਹਾਂ ਇਹ ਜਿਹੜਾ ਹੈਗਾ ਇੱਕ ਮਤਾ ਆ ਜੀ, ਇਹ ਮਤੇ ਨਾਲ ਜਿਹੜੇ ਸਹਿਮਤੀ ਹੋਣਗੇ 5 ਮਿੰਟਾਂ ਦਾ ਕੰਮ ਹੈ ਜੀ ਮਤਾ ਪਾਉਣ ਦਾ। ਉਸ ਤੋਂ ਬਾਅਦ ਅਸੀਂ ਜੁੜੇ ਜਿਹੜੇ ਮਰਜ਼ੀ ਵਿਚਾਰਾ ਕਰ ਸਕਦੇ ਹਾਂ। ਮਤਾ ਪਾਉਣਾ ਪੰਜਾਬ ਦੇ ਲੋਕਾਂ ਦਾ, ਕਿਉਂਕਿ ਪੰਜਾਬ ਦੇ ਲੋਕ ਸਭ ਤੋਂ ਮੂਹਰੇ ਰਹੇ ਨੇ ਹਿੰਦੂ ਆਜ਼ਾਦੀ ਦੀ ਲੜਾਈ ਦੇ ਵਿੱਚ, ਸਭ ਤੋਂ ਮੂਹਰੇ ਰਹੇ ਨੇ। ਅੱਜ ਵੀ ਸਾਡਾ ਫਰਜ਼ ਬਣਦਾ ਹੈ, ਕਿ ਅਗਰ ਦੇਸ਼ ਨੂੰ ਭਾਜਪਾ ਵਾਲੇ ਪੁੱਠਾ ਮੋੜਾ ਦੇ ਰਹੇ ਨੇ, ਅਗਰ ਦੇਸ਼ ਨੂੰ ਮੁੜ ਕੇ 1000 ਸਾਲ ਪਿੱਛੇ ਲੈ ਕੇ ਜਾਣਾ ਚਾਹੁੰਦੇ ਨੇ ਇਦਾਂ ਦੇ ਕਾਨੂੰਨ ਬਣਾ ਕੇ, ਅਸੀਂ ਵਿਰੋਧ ਕਿੱਥੇ ਮੋੜ ਦਿੱਤਾ? ਅਸੀਂ ਇਤਿਹਾਸ ਸੋਚ ਮੋੜਿਆ ਜੀ। ਇਹ ਐਕਸਪਲੇਨ ਕਰੋ ਕਿ ਮੋੜ ਕਿੱਥੇ ਦਿੱਤਾ? ਸਾਨੂੰ ਇਤਿਹਾਸ ਮਾਫ ਨਹੀਂ ਕਰੇਗਾ ਕਦੇ। ਤੁਸੀਂ ਇਹ ਦੱਸੋ ਇਹਦੇ ਚ ਗਲਤ ਕੀ ਹੈ? ਇਤਿਹਾਸ ਮਾਫ ਸੋਚ ਨਹੀਂ ਸਾਹਿਬ ਕਰੇਗਾ। ਇਹ ਦੱਸੋ ਇਹਦੇ ਗਲਤ ਕੀ ਹੈ? ਅਕਾਲੀ ਦਲ ਮਾਫ ਨਹੀਂ ਕਰੇਗਾ ਇਤਿਹਾਸ। ਤੁਹਾਨੂੰ ਮਾਫ ਨਹੀਂ ਕਰੇਗਾ, ਦੇਸ਼ ਦੀ ਗੱਦਾਰੀ ਕਰ ਰਹੇ ਹੋ ਬੋਲੇਗਾ। ਤੁਸੀਂ ਇਸ ਤਰ੍ਹਾਂ ਦਾ ਜਵਾਬ ਦਿਓ, ਇਹਦੇ ਚ ਗਲਤ ਕੀ ਹੈ? ਤੁਹਾਨੂੰ ਮਾਫ ਨਹੀਂ ਕਰੇਗਾ, ਤੁਸੀਂ ਦੇਸ਼ ਨਾਲ ਗੱਦਾਰੀ ਕਰ ਰਹੇ ਹੋ, ਤੁਸੀਂ ਦੇਸ਼ ਨੂੰ ਗੁੰਮਰਾਹ ਕਰ ਰਹੇ ਹੋ, ਤੁਸੀਂ ਆਪਣੀ ਖੋਈ ਜ਼ਮੀਨ ਨੂੰ ਪ੍ਰਾਪਤ ਕਰਨ ਵਾਸਤੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹੋ। ਤੁਹਾਨੂੰ ਇਤਿਹਾਸ ਮਾਫ ਤੁਹਾਨੂੰ ਨਹੀਂ ਕਰੇਗਾ। ਮੇਰੇ ਕੋਲ ਸਮਾਂ ਤੁਸੀਂ ਘੱਟ ਹੈ। ਦੇਸ਼ ਨਾਲ ਗੱਦਾਰੀ ਕਰ ਰਹੇ ਹੋ, ਤੁਸੀਂ ਲੋਕਾਂ ਨਾਲ ਗੱਦਾਰੀ ਕਰ ਰਹੇ ਹੋ। ਤੁਸੀਂ ਇੱਕ ਜਵਾਬ ਦਿਓ, ਇਹਦੇ ਚ ਕਿਹੜੀ ਗੱਲ ਐਸੀ ਹੈ ਜਿਹੜੀ ਸੰਵਿਧਾਨ ਦੇ ਉਲਟ ਹੈਗੀ ਹੈ? ਇੱਕ ਵੀ ਪੁਆਇੰਟ ਦੱਸ ਦਿਓ ਕਿ ਇਹ ਸੰਵਿਧਾਨ ਦੇ ਉਲਟ ਹੈਗਾ। ਤੁਸੀਂ ਦੱਸ ਕੇ ਦੱਸੋ ਸਹੀ। ਦੇਖੋ ਸਾਡੇ ਤੇ ਜਿਹੜੀਆਂ ਇਹ ਗੱਲਾਂ ਕਰਦੇ ਹੈਗੇ ਆ ਨਾ, ਇਹ ਇਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ। ਗਦਾਰੀਆਂ ਤੁਸੀਂ ਕਰ ਰਹੇ ਆ, ਲੋਕਾਂ ਦੇ ਨਾਲ ਕਰ ਰਹੇ ਆ, ਬਿਜਲੀ ਪ੍ਰਤੀ ਕਰ ਰਹੇ ਆ, ਸੁਸਾਈਡਾਂ ਪ੍ਰਤੀ ਕਰ ਰਹੇ ਆ, ਆਪਣੇ ਮੈਨੀਫੈਸਟੋ ਪ੍ਰਤੀ ਕਰ ਰਹੇ ਹੈਗੇ ਆ। ਅਸੀਂ ਬਿਲਕੁਲ ਸਾਡਾ ਸਟੈਂਡ ਕਲੀਅਰ ਹੈਗਾ ਕਿ ਜਿਹੜਾ ACAA ਐਕਟ ਬਣਿਆ ਹੈਗਾ, ਇਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਖਾਮੀ ਨਹੀਂ ਹੈ, ਸਿਵਾਏ ਕਿ ਜੇ ਬਾਈ ਨੇਮ ਜਿਹੜਾ ਪਾਉਣਾ ਸੀ ਕਿ ਸਿੱਖ, ਪਾਰਸੀ, ਈਸਾਈ ਇਹ ਜਿਹੜੇ ਸ਼ਾਮਲ ਕੀਤੇ ਜਾਂਦੇ ਆ 6, ਤਾਂ ਇਹਨਾਂ ਦੇ ਵਿੱਚ ਮੁਹੰਮਡਨਸ ਨੂੰ ਵੀ ਪਾ ਲੈਣਾ ਸੀ। ਅਸੀਂ ਆਪਣਾ ਵਿਰੋਧ ਜਿਤਾਇਆ ਹੈਗਾ। ਜੇ ਅਸੀਂ ਨਾ ਵਿਰੋਧ ਚਾਹੁੰਦਾ ਜਾਂ ਵਿਰੋਧ ਜਿਤਾ ਲਿਆ, ਉਹ ਐਕਟ ਪਾਸ ਹੋਇਆ, ਬਹੁਤ ਸੰਮਤੀ ਦੇ ਨਾਲ ਹੋਇਆ, ਔਰ ਹਿੰਦੁਸਤਾਨ ਦੀ ਸਭ ਤੋਂ ਵੱਡੀ ਉਹ ਜਿਹੜੀ ਹੈਗੀ ਆ ਪਾਰਲੀਮੈਂਟ, ਉਸ ਦੇ ਵਿੱਚ ਪਾਸ ਹੋਇਆ ਹੈਗਾ। ਬਿਲਕੁਲ ਇਹ ਗੱਲ ਕਲੀਅਰ ਹੈਗੀ ਆ ਕਿ ਸਵੈ ਸਾਹਿਬ ਗਲਤ ਬਿਆਨੀ ਉਰੇ ਬੈਠ ਕੇ ਕਰ ਰਹੇ ਹੈਗੇ ਆ, ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਸਾਰੇ ਦੇਸ਼ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਪਤਾ ਇਹਨਾਂ ਨੂੰ ਕਾਸੇ ਦਾ ਹੈ ਨਹੀਂ। ਇੱਕ ਅਮੈਂਡਮੈਂਟ ਹੈਗੀ ਆ ਜਿਹਦੇ ਮੁਤਾਬਕ ਜਿਹੜਾ ਇਹ ਇਹਦੇ ਵਿੱਚ, ਬਾਕੀ ਜਿਵੇਂ ਸਰੀਨ ਸਾਹਿਬ ਨੇ ਦੱਸਿਆ, ਕਿਸੇ ਨੂੰ ਵੀ ਕਿਸੇ ਵੀ ਕੰਟਰੀ ਦੇ ਵਿੱਚ ਸਾਡੇ ਕਿੰਨੇ ਲੋਕ ਹੈਗੇ ਆ ਜਿਹੜੇ ਇੱਥੇ ਤੋਂ ਪੰਜਾਬੀ ਜਾ ਕੇ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਉਹਨਾਂ ਨੇ ਪੋਲੀਟੀਕਲ ਅਸਾਈਲਮ ਲਈ ਹੈਗੇ। ਪੋਲੀਟੀਕਲ ਅਸਾਈਲਮ ਲਈ ਅਲੱਗ ਧਾਰਾਵਾਂ ਹੈਗੀਆਂ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਉਹਨਾਂ ਨੂੰ ਬਿਲਕੁਲ ਇਹ ਜਿਹੜਾ ਹੈਗਾ। ਇਹ ਗੱਲ ਇਹ ਸੀ ਕਿ ਜਿਹੜੇ ਘੱਟ ਗਿਣਤੀ ਲੋਕ ਸੀ, ਇਹਨਾਂ ਲੋਕ ਦੋਸ਼ਾਂ ਦੇ ਵਿੱਚ ਪਿਸ ਰਹੇ। ਛੋਟਾ ਜਿਹਾ ਸਵਾਲ ਪੁੱਛ ਲਾਂ, ਇਹ ਤੁਹਾਨੂੰ ਇਹ ਨਹੀਂ ਲੱਗਦਾ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਸਾਰੇ ਇੱਕ ਪਾਸੇ ਹੋ ਜਾਣਗੇ, ਦੇਖੋ ਜੀ ਅਕਾਲੀ ਦਲ ਦੂਜੇ ਪਾਸੇ, ਫਿਰ ਤੁਹਾਨੂੰ ਤੁਹਾਡੀ ਛਵੀ ਹੈ ਜਿਹੜੀ ਉਹ ਇਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨਗੇ ਕਿ ਇਹ ਪੱਖਪਾਤੀ ਛਵੀ ਹੈ? ਮੈਨੂੰ ਪੁੱਛ ਰਹੇ, ਤੁਹਾਨੂੰ ਪੁੱਛ ਰਹੇ ਜੀ। ਨਹੀਂ ਬਿਲਕੁਲ ਨਹੀਂ। ਦੇਖੋ ਸਾਡਾ ਸਟੈਂਡ, ਕਿਉਂਕਿ ਤੁਹਾਡਾ ਸਟੈਂਡ ਤਾਂ ਕਲੀਅਰ ਹੋ ਗਿਆ। ਹਾਂਜੀ, ਵਿਧਾਨ ਸਭਾ ਦੇ ਵਿੱਚ ਕੀ ਹੋਣ ਵਾਲਾ ਉਹ ਲਗਭਗ ਤੈਅ ਹੈ। ਕਾਂਗਰਸ ਨੇ ਵੀ ਕਹਿਤਾ ਸਾਡਾ ਇਹ ਸਟੈਂਡ ਹੈ, ਆਮ ਆਦਮੀ ਪਾਰਟੀ ਨੇ ਵੀ ਕਹਿਤਾ ਇਹ ਸਟੈਂਡ ਹੈ, ਤੇ ਅਕਾਲੀ ਦਲ ਨੇ ਵੀ ਕਹਿਤਾ। ਦੋ ਧਿਰਾਂ ਇੱਕ ਪਾਸੇ ਨੇ, ਇੱਕ ਧਿਰ ਇੱਕ ਪਾਸੇ ਹੈ। ਫਿਰ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਵਿੱਚ ਇਹ ਛਵੀ ਬਣਾਉਣ ਦੀ ਕੋਸ਼ਿਸ਼ ਰਹੇਗੀ ਕਿ ਅਕਾਲੀ ਦਲ ਆਪਣੇ ਮੁੱਢਲੇ ਸਿਧਾਂਤਾਂ ਤੋਂ ਥੜਕ ਗਿਆ? ਦੇਖੋ ਹਰਪ੍ਰੀਤ ਜੀ, ਗੱਲ ਇਹ ਹੈਗੀ ਹੈ ਕਿ ਇਹਨਾਂ ਨੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਨਾ, ਇਹਨਾਂ ਦੀ ਮੰਤਵ ਔਰ ਮਨਸ਼ਾ ਕਿਤੇ ਨਾ ਕਿਤੇ ਇਹੀ ਹੈਗੀ ਹੈ। ਪਰ ਲੋਕਾਂ ਦੇ ਸਾਹਮਣੇ ਇਹ ਗੱਲ ਬਿਲਕੁਲ ਕਲੀਅਰ ਹੈਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਟੈਂਡ ਹੈਗਾ ਬਿਲਕੁਲ ਕਲੀਅਰ ਹੈਗਾ। ਪਾਰਲੀਮੈਂਟ ਦੇ ਵਿੱਚ ਵੀ ਸਾਡੇ ਪ੍ਰਧਾਨ ਸਾਹਿਬ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਿਲਕੁਲ ਕਲੀਅਰ ਇਹ ਗੱਲ ਕਹੀ ਹੈਗੀ ਆ। ਅੱਜ ਵੀ ਇਸ ਬਹਿਸ ਦੇ ਵਿੱਚ ਮੈਂ ਇਸ ਗੱਲ ਤੇ ਕਿਤੇ ਉਹ ਨਹੀਂ ਕਰ ਰਿਹਾ ਹੈਗਾ ਕਿ ਅਸੀਂ ਮੁਹੰਮਡਨਸ ਨੂੰ ਵਿੱਚੋਂ ਛੱਡਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਪਰ ਸਵਾਲ ਤਾਂ ਇਹ ਹੈਗਾ ਕਿ ਬਾਕੀ ਦੇ ਰੈਜ਼ੋਲੂਸ਼ਨ ਵੀ ਦੱਸਣ ਦਾ ਇਹਨਾਂ ਨੇ ਕਿਹੜੇ ਕਿਹੜੇ ਪਾਉਣੇ ਹੈਗੇ। ਕੀ ਇਹ ਬਿਜਲੀ ਦੇ ਮੁੱਦੇ ਤੇ ਗੱਲ ਕਰਨਗੇ? ਕੀ ਇਹ ਜਿਹੜਾ ਹੈਗਾ ਪਾਣੀਆਂ ਦੇ ਮੁੱਦੇ ਤੇ ਗੱਲ ਕਰਨਗੇ? ਕੀ ਇਹ ਸੁਸਾਈਡਾਂ ਤੇ ਕਰਨਗੇ? ਕੀ ਇਹ ਫਾਰਮਰਸ
ਫੰਡਸ ਦੀ ਗੱਲ ਕਰਨਗੇ, ਚਲੋ ਕੀ ਆਪਣੇ ਮਤਿਆਂ ਦੀ ਗੱਲ ਕਰਨਗੇ। ਬਹੁਤ ਬਹੁਤ ਧੰਨਵਾਦ ਸਾਰੇ ਬਿਲਕੁਲ। ਮਹਿਮਾਨਾਂ ਦਾ, ਬਹੁਤ ਬਹੁਤ ਧੰਨਵਾਦ ਇਹ ਸਾਰੀ ਵਿਚਾਰ ਚਰਚਾ ਦੇ ਲਈ। ਵਿਧਾਨ ਸਭਾ ਦਾ ਸੈਸ਼ਨ ਵੀ ਆ ਜਾਏਗਾ, ਉਹਦੇ ਵਿੱਚ ਕੀ ਚਰਚਾ ਹੁੰਦੀ ਹੈ ਉਸ ਤੇ ਵੀ ਆਪਾਂ ਦੁਬਾਰਾ ਚਰਚਾ ਕਰ ਲਾਂਗੇ। ਪਰ ਫਿਲਹਾਲ ਜਿਹੜੀ ਗੱਲ ਛਿੜੀ ਹੋਈ ਹੈ ਕਿ ਇੱਕ ਕਾਨੂੰਨ ਜਿਹੜਾ ਕੇਂਦਰ ਨੇ ਬਣਾ ਦਿੱਤਾ, ਉਸ ਕਾਨੂੰਨ ਦੀ ਵਿਰੋਧਤਾ ਸੂਬਿਆਂ ਦੇ ਵਿੱਚ ਹੋ ਰਹੀ ਹੈ। ਪਰ ਸਵਾਲ ਇਹ ਖੜਾ ਕੀਤਾ ਜਾਂਦਾ ਹੈ ਕਿ ਜੇ ਕਾਨੂੰਨ ਸਾਰੇ ਮੁਲਕ ਦੇ ਲਈ ਬਣਾਇਆ ਗਿਆ ਤੇ ਜੇ ਸਰਕਾਰਾਂ, ਸੂਬਾ ਸਰਕਾਰਾਂ ਹੀ ਉਹਦਾ ਵਿਰੋਧ ਕਰ ਰਹੀਆਂ ਨੇ, ਤਾਂ ਫਿਰ ਮਨਸ਼ਾ ਕੀ ਹੈਗੀ ਹੈ? ਕੀ ਅਸੀਂ ਇਸ ਤਰ੍ਹਾਂ ਦਾ ਕਾਨੂੰਨ ਬਣਾ ਰਹੇ ਹਾਂ ਜਿਹਦਾ ਵਿਰੋਧ ਸਾਡੇ ਹੀ ਸੂਬਾ ਸਰਕਾਰਾਂ ਕਰ ਰਹੀਆਂ ਨੇ, ਲੋਕ ਕਰ ਰਹੇ ਨੇ? ਫਿਰ ਉਹ ਕਾਨੂੰਨ ਕਿਸ ਦੇ ਲਈ ਅਸੀਂ ਬਣਾਇਆ ਜੇ ਸਾਡੇ ਲੋਕ ਸੰਤੁਸ਼ਟ ਨਹੀਂ? ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।